तुझ बिन पार ब्रह्म नहीं कोए, तुमरी कृपा ते सदा सुख होए। तुमरी कृपा ते सदा सुख होए, तुमरी कृपा ते सदा सुख होए, तुमरी कृपा ते सदा सुख होए। करो अरदास, करो अरदास, अपने सतगुर पास करो अरदास, करो अरदास, करो अरदास, अपने सतगुर पास करो अरदास। पार ब्रह्म अपरंपर स्वामी, पार ब्रह्म अपरंपर स्वामी, सगल कटा के अंतर जामी। करो अरदास अपने सतगुर पास, नानक नाम, नानक नाम मिले सच रास, नानक नाम मिले सच रास। पार ब्रह्म अपरंपर स्वामी, सगल कटा के अंतर्जामी, सगल कटा के अंतर्जामी, सगल कटा के अंतर्जामी, सगल कटा के अंतर्जामी। करो अरदास, करो अरदास, अपने सतगुर पास करो अरदास, करो अरदास, करो अरदास, अपने सतगुर पास करो अरदास, अपने सतगुर पास करो अरदास, अपने सतगुर पास करो अरदास। पाहे गुरु तेग बहादुर सिमरे, घर नौ नित आवे थाए। तेग बहादुर सिमरे, घर नौ नित आवे थाए। सब थाई होए सहाय, सब थाई होए सहाय। तेग बहादुर सिमरे, घर नौ नित आवे थाए। तेग बहादुर सिमरे, घर नौ नित आवे थाए, घर नौ नित आवे थाए, घर नौ नित आवे थाए। वाहेगुरु। वडा तेरा दरबार, सच्चा तुद तखत,
ਸ਼ਰਸ਼ਾਹਾਂ ਪਾਤਸ਼ਾਹ ਕੋ ਨਿਚਲ ਚੌਰ ਛਤ। ਪੌੜੀ ਬਠਿਆ ਵੱਡਾ ਪਾਰ ਤੇਰਾ ਮਰਤਬਾ, ਰੰਗ ਪ੍ਰੰਗ ਅਨੇਕ ਨ ਜਾਪਨ ਕਰਤਬਾ। ਜੀਆਂ ਦਰਜੀ ਸਭ ਜਾਣਦਾ, ਸਭ ਤੇਰਾ ਵਸ ਤੇਰਾ ਕਰ ਭਲਾ। ਤੇਰੇ ਘਰ ਲੰਦ ਬਦਾਈ ਤੁਧ ਘਰ, ਮਾਨ ਮਹਤਾ ਦੇ ਜੇ ਆਪਣਾ ਆਪ ਜਰ। ਸਰਬ ਕਲਾ ਭਰਪੂਰ ਦੀ ਸਹਿ ਜਦ ਕਥਾ, ਨਾਨਕ ਦਾਸ ਦਾ ਸੁਧਿਆ ਕੇ ਬਿਨਵਤਾ। ਤੇਰਾ ਜੀ ਤੇਰਾ ਨਾਮ ਸਤ ਹੈ। ਵਾਹਿਗੁਰੂ ਜੀ। ਪੌੜੀ ਵੱਡੀ ਹੋ ਵਡਾਇਆ ਪਾਰ ਤੇਰਾ ਮਰਤਬਾ, ਰੰਗ ਪ੍ਰੰਗ ਅਨੇਕ ਨ ਜਾਪਨ ਕਰਤਬਾ। ਜੀਆਂ ਅੰਦਰ ਜੀਓ ਸਭ ਕੀ ਜਾਣ ਲਾ, ਸਭ ਕੀ ਤੇਰੇ ਵਸ ਤੇਰਾ ਕਰ ਭਲਾ। ਤੇਰੇ ਕਰ ਆਨੰਦ ਵਧਾਈ ਤੁਧ ਕਰ, ਮਾਣ ਮਹਤਾ ਤੇ ਜੇ ਆਪਣਾ ਆਪ ਜਰ। ਸਰਬ ਕਲਾ ਭਰਪੂਰ ਦੀ ਸਹਿਜਤ ਕਥਾ, ਨਾਨਕ ਦਾਸਨ ਦਾਸ ਤੁਧ ਆਗੇ ਬਿਨਵਤਾ ਸਰੂਪ। ਪਾਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਦੋਇ ਦਾਈ ਦਾਇਆ। ਖੇਲੇ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ, ਗਏ ਮਸ਼ਕਤ ਕਾਰ। ਨਾਨਕ ਤੇ ਮੁਖ ਉਜਲੇ, ਕੀਤੀ ਛੁਟੀ ਨਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ। ਗੁਰੂ ਨਾਨਕ ਪਾਦ ਪੰਕਜ, ਸਿਮਰੋ ਅੰਗਦ ਦੁਖ। ਗੁਰ ਅਮਰਦਾਸ ਹਿਰਦੈ, ਨਿਤ ਧਿਆਵੋ ਹਿਰਦੈ। ਸ਼੍ਰੀ ਗੁਰੂ ਰਾਮਦਾਸ ਗੁਣ, ਗੁਰੂ ਅਰਜਨ ਬਿਘਨਨ ਕੇ, ਬਿਘਨਨ ਕੇ। ਹਰ ਗੋਬਿੰਦ ਸ਼ੁਭ ਮਤ, ਸ਼੍ਰੀ ਹਰਿ ਰਾਏ ਨਮੋ ਕਰ। ਸ੍ਰੀ ਹਰਿ ਕ੍ਰਿਸ਼ਨ ਮਨਾਓ, ਤੇਗ ਬਹਾਦਰ
ਪਰਮ ਸਤਿਗੁਰ ਪਰਮ ਸ੍ਰੀ ਗੁਰੂ ਗੋਬਿੰਦ ਸਿੰਘ ਤਰੋ ਤਹਰਾ ਪਰ ਪੁੰਨ ਪੁੰਨ ਸੀਸ ਵਾਹਿਗੁਰੂ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਫਤਿਹ ਹੈ ਬਿਗਨ ਬਿਨਾਸਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚੌਪਈ ग्राम पुरन के लोक कनेरे आवत दर से भाग बडेरे लगे दीवान महान महेश संगत निप्रत आए विशेष ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सम्मान योग सत्कार योग गुरु की साजी और नवाजी हुई गुरु का खास रूप गुरु खालसा साध संगत जियो वडभागी हर संगत पावै भागहीन भरम चोटां खावै ਵੱਡਿਆਂ ਭਾਗਾਂ ਵਾਲੇ ਹੋ ਕੇ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਪਰਸਰੇ ਸਤਿਗੁਰਾਂ ਦੀ ਦਇਆ ਮਇਆ ਸਦਕਾ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੇ ਅੱਜ 6ਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਸਾਹਿਬਜ਼ਾਦੇ ਬਾਬਾ ਅਟਲ ਰਾਏ ਜੀ ਦਾ ਦਿਹਾੜਾ ਹੈ ਜਿਨ੍ਹਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਸਤਿਗੁਰਾਂ ਨੇ ਕੋਤਵਾਲ ਥਾਪਿਆ ਔਰ ਬਚਨ ਕੀਤਾ ਅਟਲ ਰਾਏ ਜੀ ਤੁਹਾਡਾ ਬੂੰਗਾ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਸਭ ਤੋਂ ਉੱਚਾ ਬੂੰਗਾ ਹੋਵੇਗਾ ਜਿਹੜੇ ਬਾਈ ਭਾਈ ਤੁਹਾਡੇ ਅਸਥਾਨ ਤੇ ਯਾਤਰਾ ਕਰਨ ਵਾਸਤੇ ਆਉਣਗੇ ਉਹਨਾਂ ਦੀ ਅੰਮ੍ਰਿਤਸਰ ਸਾਹਿਬ ਦੀ ਯਾਤਰਾ ਸੰਪੂਰਨ ਹੋਵੇਗੀ ਬਾਬਾ ਅਟਲ ਰਾਏ ਜੀ ਦੇ ਚਰਨਾਂ ਤੇ ਬਾਰੰਬਾਰ ਨਮਸਕਾਰ ਹੈ ਗਰੀਬ ਨਵਾਜ ਸਤਿਗੁਰੂ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਬਾਬਾ ਸੱਚਨ ਸੱਚ ਜੀ ਤੇ ਕਿਰਪਾ ਕਰ ਰਹੇ ਹਨ ਭਾਈ ਸੱਚਨ ਸੱਚ ਜੀ ਜੋ ਮਸਤੀ ਵਿੱਚ ਗੁਰੂ ਸੇਵਾ ਵਿੱਚ ਤਤਪਰ ਰਹਿੰਦੇ ਨੇ ਹਰ ਵੇਲੇ ਰਸਨਾ ਤੋਂ ਸੱਚਨ ਸੱਚ ਕਹਿੰਦੇ ਹਨ ਇਸ ਕਰਕੇ ਸਿੱਖਾਂ ਵਿੱਚ ਨਾਮ ਹੀ ਭਾਈ ਸੱਚਨ ਸੱਚ ਪੈ ਗਿਆ ਹਰੀਪੁਰ ਦੇ ਰਾਜੇ ਦੀ ਰਾਣੀ ਜੋ ਕਮਲੀ ਹੋ ਗਈ ਸੀ ਸਤਿਗੁਰੂ ਜੀ ਦੇ ਚਰਨਾਂ ਦੀ ਖੜਾਮ ਜਦੋਂ ਭਾਈ ਸੱਚਨ ਸੱਚ ਦੇ ਉਸ ਰਾਣੀ ਦੇ ਸੀਸ ਤੇ ਛੁਆਈ ਤਾਂ ਸੋਝੀ ਵਿੱਚ ਆ ਗਈ ਨਾਲ ਲੈ ਕੇ ਗੁਰੂ ਚਰਨਾਂ ਵਿੱਚ ਹਾਜ਼ਰ ਹੋਏ ਸਤਿਗੁਰੂ ਜੀ ਨੇ ਆਪਣੀ ਹਜ਼ੂਰੀ 'ਚ ਦੋਨਾਂ ਦਾ ਵਿਵਾਹ ਕੀਤਾ ਸ਼ਾਦੀ ਕੀਤੀ ਔਰ ਭਾਈ ਸੱਚਨ ਸੱਚ ਨੂੰ ਆਪਣੇ ਚਰਨਾਂ ਦੀ ਦੂਸਰੀ ਖੜਾਮ ਵੀ ਬਖਸ਼ ਕੇ ਆਖਿਆ ਜਾਓ ਜਾ ਕੇ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਕਰੋ
ਕੋਈ ਰੋਗੀ ਕੋਈ ਕਮਲਾ ਤੁਹਾਡੇ ਪਾਸ ਆਵੇਗਾ, ਜਦੋਂ ਉਹਦੇ ਸੀਸ ਤੇ ਖੜਾਮ ਛੁਆਵੋਗੇ ਤਾਂ ਉਹਨੂੰ ਸੋਝੀ ਦਾ ਦਾਨ ਪ੍ਰਾਪਤ ਹੋਵੇਗਾ। ਗੁਰੂ ਪਾਤਸ਼ਾਹ ਕੋਲੋਂ ਬਖਸ਼ਿਸ਼ ਲੈ ਕੇ ਭਾਈ ਸੱਚਣ ਸੱਚ ਜੀ ਗੁਰੂ ਗੁਰੂ ਜਪਦਿਆਂ ਆਪਣੀ ਘਰਵਾਲੀ ਸਮੇਤ ਆਪਣੇ ਨਗਰ 'ਚ ਵਾਪਸ ਆ ਗਏ ਔਰ ਬਹੁਤ ਸਾਰਾ ਭਾਰੀ ਪ੍ਰਚਾਰ ਗੁਰਸਿੱਖੀ ਦਾ ਬਾਬਾ ਸੱਚਣ ਸੱਚ ਜੀ ਨੇ ਕੀਤਾ। 22 ਮੰਜੀਆਂ 'ਚੋਂ ਸੱਚੀ ਮੰਜੀ ਬਾਬਾ ਸੱਚਣ ਸੱਚ ਜੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। ਸ੍ਰੀ ਗੋਇੰਦਵਾਲ ਸਾਹਿਬ ਗੁਰੂ ਚਰਨਾਂ ਵਿੱਚ ਬੇਅੰਤ ਗੁਰਸਿੱਖ ਬੇਅੰਤ ਸੰਗਤਾਂ ਹਾਜ਼ਰੀਆਂ ਭਰਦੀਆਂ ਹਨ। ਆਓ ਮਨ ਬਿਰਤੀਆਂ ਇਕਾਗਰ ਕਰਕੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਪਵਿੱਤਰ ਅੰਮ੍ਰਿਤਮਈ ਕਥਾ, ਕਲਿਆਣਕਾਰੀ ਕਥਾ ਸਰਵਣ ਕਰੀਏ। ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਗ੍ਰਾਮ ਪੁਰਨ ਕੇ ਲੋਕ ਕਨੇਰੇ। ਬੇਅੰਤ ਗ੍ਰਾਮਾਂ ਨਗਰਾਂ ਸ਼ਹਿਰਾਂ ਪੁਰੀਆਂ ਦੇ ਬੇਅੰਤ ਲੋਕ ਆਵਤ ਦਰਸੇ ਭਾਗ ਬਡੇਰੇ। ਜਿਨ੍ਹਾਂ ਦੇ ਭਾਗ ਵੱਡੇ ਹਨ ਉਹ ਵੱਡਿਆਂ ਭਾਗਾਂ ਵਾਲੇ ਸ੍ਰੀ ਗੋਇੰਦਵਾਲ ਸਾਹਿਬ ਆ ਕੇ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕਰਦੇ ਨੇ। ਬੇਅੰਤ ਨਗਰਾਂ ਗ੍ਰਾਮਾਂ ਸ਼ਹਿਰਾਂ ਵਿੱਚੋਂ ਦੇਸ਼ਾਂ ਪਰਦੇਸਾਂ ਵਿੱਚੋਂ ਬੇਅੰਤੀ ਬਾਈ ਭਾਈ ਗਿਣਤੀ ਕੋਈ ਨਹੀਂ, ਜਿਨ੍ਹਾਂ ਦੇ ਭਾਗ ਸਵੱਲੇ ਨੇ, ਜਿਨ੍ਹਾਂ ਦੇ ਕਰਮ ਚੰਗੇ ਨੇ, ਭਾਗ ਵੱਡੇ ਹਨ, ਉਹ ਆ ਕੇ ਗੋਇੰਦਵਾਲ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ। ਲਗੀ ਦੀਵਾਨ ਮਹਾਨ ਮਹੇਸ਼। ਬੌਲੀ ਸਾਹਿਬ ਦੇ ਲਾਗੇ ਸਤਿਗੁਰੂ ਜੀ ਦੀਵਾਨ ਸਜਾਇਆ ਕਰਦੇ ਸਨ। ਬੜਾ ਵੱਡਾ ਦੀਵਾਨ ਮਹਾਰਾਜ ਜੀ ਦਾ ਸਜਦਾ ਹੈ, ਜਿਸ ਵਿੱਚ ਵਿਸ਼ੇਸ਼ ਕਰਕੇ ਸੰਗਤਾਂ ਹਾਜ਼ਰੀਆਂ ਭਰਦੀਆਂ ਹਨ। ਸੰਗਤ ਨਿਤ ਪ੍ਰਤਿ ਆਏ ਵਿਸ਼ੇਸ਼। ਵਿਸ਼ੇਸ਼ ਕਰਕੇ ਸੰਗਤ ਕੇਵਲ ਇਸ ਲਈ ਆਉਂਦੀ ਹੈ ਕਿ ਸਤਿਗੁਰੂ ਜੀ ਦੇ ਦਰਸ਼ਨ ਕਰਨੇ ਹਨ। ਗੁਰੂ ਸਾਹਿਬ ਦੇ ਦਰਸ਼ਨ ਕਰਕੇ ਹੀ ਸਭ ਕੁਝ ਪ੍ਰਾਪਤ ਹੋਈ ਜਾਂਦਾ ਹੈ। ਗੁਰੂ ਕੇ ਸਿੱਖਾਂ ਨੂੰ ਮੰਗ ਵੀ ਨਹੀਂ ਕਰਨੀ ਪੈਂਦੀ, ਬੋਲ ਕੇ ਕਹਿਣਾ ਵੀ ਨਹੀਂ ਪੈਂਦਾ। ਬਿਨਾਂ ਮੰਗਿਆਂ ਬਿਨਾਂ ਬੋਲਿਆਂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕਰਕੇ ਹੀ ਗੁਰਸਿੱਖਾਂ ਦੀਆਂ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ। ਉੱਤਮ ਬ੍ਰਿੰਦ ਉਪਾਇਨ ਲਿਆਵੇਂ। ਅਨੇਕ ਪ੍ਰਕਾਰ ਦੀਆਂ ਸੋਹਣੀਆਂ ਭੇਟਾਵਾਂ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਗੁਰਸਿੱਖ ਲੈ ਕੇ ਆਉਂਦੇ ਨੇ, ਪਰ ਸਤਿਗੁਰੂ ਜੀ ਓਨੀ ਕੁ ਭੇਟਾ ਸਵਕਾਰਦੇ ਨੇ ਜਿੰਨੀ ਕਿ ਇੱਕ ਦਿਨ ਦੇ ਵਿੱਚ ਵਰਤ ਜਾਵੇ, ਖਰਚ ਹੋ ਜਾਵੇ। ਜੇ ਸੰਗਤ ਦੇ ਕੋਲੋਂ ਮਾਇਆ ਆਉਂਦੀ ਦਸਵੰਧ ਦੀ ਤਾਂ ਵੀ ਇੱਕ ਦਿਨ ਵਾਸਤੇ ਲੈਂਦੇ, ਜੇ ਰਸਤ ਬਸਤ ਆਉਂਦੀ ਹੈ ਤਾਂ ਵੀ ਇੱਕ ਦਿਨ ਲਈ, ਬਸਤਰ ਆਦਿ ਕੋਈ ਲੈ ਕੇ ਆਉਂਦਾ ਤਾਂ ਵੀ ਇੱਕ ਦਿਨ ਵਾਸਤੇ, ਅਗਲੇ ਦਿਨ ਵਾਸਤੇ ਕੋਈ ਵਸਤੂ ਜੋੜ ਕੇ ਨਹੀਂ ਰੱਖਦੇ। ਅੰਗੀਕਾਰ ਨ ਹੋਏ ਹਟਾਵੇਂ। ਇਸ ਕਰਕੇ ਹੁਣ ਜਦੋਂ ਸਾਰੇ ਹੀ ਸਿੱਖ ਆਉਂਦੇ ਨੇ ਭਟਾਵਾਂ ਲੈ ਕੇ, ਉਹਨਾਂ ਦੀਆਂ ਸਾਰਿਆਂ ਦੀਆਂ ਭਟਾਵਾਂ ਅੰਗੀਕਾਰ ਨਹੀਂ ਹੁੰਦੀਆਂ, ਕਿਉਂਕਿ ਬਹੁਤਿਆਂ ਦੀਆਂ ਭਟਾਵਾਂ ਵਾਪਸ ਪਰਤ ਜਾਂਦੀਆਂ। ਉਹ ਫਿਰ ਅਗਲੇ ਦਿਨ ਦੀ ਉਡੀਕ ਕਰਦੇ ਵੀ ਕੱਲ ਨੂੰ ਮਹਾਰਾਜ ਜੀ ਨੂੰ ਭੇਟ ਕਰਾਂਗੇ। ਕਈਆਂ ਦੀ ਅਗਲੇ ਦਿਨ ਵੀ ਵਾਰੀ ਨਹੀਂ ਆਉਂਦੀ। ਏਦਾਂ ਗੁਰੂ ਖਾਲਸਾ ਜੀ ਬਹੁਤਿਆਂ ਦੀਆਂ ਭਟਾਵਾਂ ਵਾਪਸ ਪਰਤ ਜਾਂਦੀਆਂ ਹਨ। ਜੀ ਤੱਕ ਦੇਗ ਵਿਖੇ ਲੱਗ ਜਾਏ। ਜਿੰਨਾ ਕੁ ਲੰਗਰ ਦੇ ਵਿੱਚ ਰੋਜ਼ ਖਰਚ ਹੁੰਦਾ ਹੈ, ਗ੍ਰਹਿਣ ਕਰੇ ਸੋ ਨਰ ਗਨ ਖਾਏ। ਉਹਨਾਂ ਕੀ ਗ੍ਰਹਿਣ ਕਰਦੇ ਨੇ ਤੇ ਉਹ ਲੰਗਰ 'ਚ ਪੱਕ ਜਾਂਦਾ ਹੈ। ਲੰਗਰ ਵਰਤਦਾ ਹੈ ਤੇ ਬੇਅੰਤ ਮਾਈ ਭਾਈ ਉਹਨਾਂ ਲੰਗਰਾਂ ਵਿੱਚੋਂ ਲੰਗਰ ਛਕਦੇ ਹਨ। ਲੰਗਰ ਚਲੇ ਅਤੋਟ ਵਿਸਾਲਾ। ਸਤਿਗੁਰੂ ਜੀ ਦਾ ਲੰਗਰ ਅਤੋਟ ਚੱਲਦਾ ਹੈ। ਲੰਗਰ ਦੌਲਤ ਵੰਡੀਆ ਰਸ ਅੰਮ੍ਰਿਤ ਖੀਰ ਘਿਆਲੀ। ਜੋ ਗੁਰੂ ਅੰਗਦ ਸਾਹਿਬ ਦੇ ਸਮੇਂ ਜਿਵੇਂ ਲੰਗਰ ਵਰਤਦਾ ਸੀ ਖਡੂਰ ਸਾਹਿਬ,
ਉਸੇ ਤਰ੍ਹਾਂ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਦੇ ਲੰਗਰ ਅਟੁੱਟ ਵਰਤਦੇ ਹਨ। ਹੋਵਨ ਲਗੇ ਪ੍ਰਾਤ ਹੀ ਕਾਲਾ। ਸੁਬਹ ਤੋਂ ਹੀ ਸਵੇਰੇ ਪਹਿਲੇ ਪਹਿਰ ਤੋਂ ਹੀ ਲੰਗਰ ਪ੍ਰਾਰੰਭ ਹੋ ਜਾਂਦਾ ਹੈ। ਅੰਮ੍ਰਿਤ ਵੇਲੇ ਲੰਗਰ ਪੱਕਣ ਲੱਗ ਪੈਂਦਾ ਹੈ। ਜਦੋਂ ਸੁਬਹ 9-10 ਵਜੇ ਦਾ ਸਮਾਂ ਹੁੰਦਾ ਹੈ ਉਦੋਂ ਹੀ ਲੰਗਰ ਵਰਤਣਾ ਸ਼ੁਰੂ ਹੋ ਜਾਂਦਾ ਹੈ। ਜਬੇ ਦਿਓਸ ਆਵੇ ਮਧਿਆਨ। ਜਦੋਂ ਦੁਪਹਿਰ ਦਾ ਵੇਲਾ ਆਉਂਦਾ ਹੈ ਤਬ ਸਤਿਗੁਰ ਪਹੁੰਚੀਤ ਖਾਨ। ਸਤਿਗੁਰੂ ਜੀ ਉਦੋਂ ਛਕਣ ਪਹੁੰਚਦੇ ਆ। ਲੰਗਰ ਵੈਸੇ ਸਵੇਰੇ ਹੀ ਚੱਲ ਪੈਂਦਾ ਹੈ, ਪਰ ਸਤਿਗੁਰੂ ਜੀ ਜਦੋਂ ਦੁਪਹਿਰ ਦਾ ਵੇਲਾ ਹੁੰਦਾ ਹੈ ਉਦੋਂ ਮਹਾਰਾਜ ਜੀ ਲੰਗਰ ਵਿੱਚ ਆਉਂਦੇ ਆ ਪ੍ਰਸ਼ਾਦਾ ਛਕਣ ਲਈ। ਅਚੇ ਓਗਰਾ ਹੋਏ ਅਲੂਨਾ। ਸਤਿਗੁਰੂ ਜੀ ਕੀ ਛਕਦੇ ਨੇ? ਓਗਰਾ, ਜੋ ਅਲੂਣਾ ਹੁੰਦਾ, ਖਿਚੜ ਤਿਆਰ ਹੁੰਦਾ, ਓਗਰਾ ਉਹਨੂੰ ਕਹਿ ਦਿੰਦੇ ਐ। ਇੱਕ ਬਾਥੂ ਜੇ ਟਾਈਪ ਦੀ ਜੰਗਲੀ ਬੂਟੀ ਹੁੰਦੀ ਆ, ਉਹਦਾ ਵੀ ਓਗਰਾ ਬਣਦਾ ਹੈ। ਦਲੀਆ ਉਹਨੂੰ ਵੀ ਓਗਰਾ ਕਹਿ ਦਿੰਦੇ, ਖਿਚੜੀ ਨੂੰ ਵੀ ਓਗਰਾ ਕਹਿ ਦਿੰਦੇ। ਉਹਦੇ 'ਚ ਲੂਣ ਨਹੀਂ ਪਾਉਂਦੇ। ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਸਤੇ ਦੁਪਹਿਰ ਨੂੰ ਬਣਦਾ, ਮਹਾਰਾਜ ਜੀ ਉਹੀ ਛਕਦੇ ਹਨ। ਸੋ ਪੀ ਤਨਕ ਉਦਰ ਰਹਿ ਊਨਾ। ਉਹ ਵੀ ਮਹਾਰਾਜ ਜੀ ਪੇਟ ਭਰ ਕੇ ਨਹੀਂ ਛਕਦੇ। ਓਗਰਾ ਵੀ ਉਹਨਾਂ ਕੁ ਛਕਦੇ ਆ ਜਿਹਦੇ ਨਾਲ ਪੇਟ ਊਣਾ ਰਵੇ, ਯਾਨੀ ਕਿ ਭੁੱਖ ਰੱਖ ਕੇ ਛਕਦੇ ਹਨ। ਇਹੀ ਮਰਿਆਦਾ ਹੈ ਕਿ ਭੁੱਖ ਰੱਖ ਕੇ ਛਕਣ ਦੀ ਮਰਿਆਦਾ ਹੈ। ਅਲਪਹਾਰ ਸੁਲਪ ਸੀ ਨਿੰਦਰਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਪੂਰਨੇ ਪਾ ਰਹੇ ਨੇ। ਅਲੂਣਾ ਓਗਰਾ ਮਹਾਰਾਜ ਛਕਦੇ, ਉਹ ਵੀ ਉਹਨਾਂ ਕੁ ਜਿੰਨਾ ਕੁ ਮਹਾਰਾਜ ਜੀ ਦੇ ਪੇਟ ਦੇ ਵਿੱਚ ਜਿਹੜਾ ਸਰੀਰ ਨੂੰ ਆਧਾਰ ਦੇਵੇ। ਪੇਟ ਭਰ ਕੇ ਨਹੀਂ ਛਕਦੇ। ਸੰਗਤ ਖਟ ਰਸ ਖਾਏ ਆਹਾਰਾ। ਬਾਕੀ ਜਿੰਨੀਆਂ ਸੰਗਤਾਂ ਨੇ ਉਹਨਾਂ ਵਾਸਤੇ 6 ਰਸਾਂ ਦੇ ਭੋਜਨ ਵਰਤਦੇ ਆ। 6 ਰਸਾਂ ਦੇ ਸਹਿਤ ਪਕਵਾਨ ਵਰਤਦੇ ਨੇ। ਖੀਰਾਂ ਵਰਤਦੀਆਂ ਨੇ, ਕੜਾਹ ਪ੍ਰਸ਼ਾਦ ਵਰਤਦਾ ਹੈ, ਕਦੇ ਪੂੜੀਆਂ ਵਰਤਦੀਆਂ ਨੇ। ਜਦੋਂ ਕਿਤੇ ਸਾਵਣ ਮਹੀਨਾ ਹੁੰਦਾ ਭਾਦਰੋਂ, ਫਿਰ ਉਸ ਵੇਲੇ ਪੂੜੇ ਵਰਤਦੇ ਐ। ਖੀਰ ਦਾ ਲੰਗਰ ਚੱਲਦਾ ਹੈ। 6 ਰਸਾਂ ਦੇ ਸਹਿਤ ਮਹਾਰਾਜ ਜੀ ਦੇ ਲੰਗਰ ਵਰਤਦੇ ਨੇ, ਜੋ ਬਾਕੀ ਸੰਗਤ ਛਕਦੀ ਹੈ। ਮధుਰ ਤੁਰਸ਼ ਜੇ ਅਨੇਕ ਪ੍ਰਕਾਰਾ। ਮਿੱਠੇ, ਖੱਟੇ, ਸਲੂਣੇ ਜਾਂ ਚਰਪਰੇ ਆਦਿਕ ਜਿਹੜੇ ਪਦਾਰਥ ਨੇ ਉਹ ਗੁਰੂ ਕੇ ਲੰਗਰਾਂ ਵਿੱਚ ਵਰਤਦੇ ਹਨ। ਤਬ ਤੇ ਲੰਗਰ ਵਰਤਤ ਰਹੇ। ਬਸ ਉਸ ਵੇਲੇ ਤੋਂ ਲੈ ਕੇ ਲੰਗਰ ਵਰਤਦਾ ਰਹਿੰਦਾ ਸਾਰਾ ਦਿਨ। ਆਨ ਅਚੇ ਭੋਜਨ ਜੋ ਚਾਹੇ। ਜਿਹਨੂੰ ਭੋਜਨ ਦੀ ਚਾਹਨਾ ਹੁੰਦੀ ਹੈ ਉਹ ਆ ਕੇ ਲੰਗਰ ਛਕਦਾ, ਕਿਸੇ ਨੂੰ ਰੋਕ ਟੋਕ ਨਹੀਂ। ਕੋਈ ਆਵੇ ਕੋਈ ਛਕੇ, ਸਭ ਨੂੰ ਜਿਹਨੂੰ ਵੀ ਚਾਹਨਾ ਹੁੰਦੀ ਹੈ ਉਹ ਆ ਕੇ ਗੁਰੂ ਕੇ ਲੰਗਰਾਂ ਵਿੱਚ ਲੰਗਰ ਛਕਦਾ ਹੈ। ਨੈ ਕਿਸਹੂ ਹਟ ਕਾਰਨ ਹੋਏ। ਕਿਸੇ ਨੂੰ ਹਟਾਇਆ ਨਹੀਂ ਜਾਂਦਾ, ਕਿਸੇ ਨੂੰ ਰੋਕਿਆ ਨਹੀਂ ਜਾਂਦਾ, ਵਰਜਿਆ ਨਹੀਂ ਜਾਂਦਾ। ਦੇਸ਼ ਵਿਦੇਸ਼ੀ ਲੈ ਸਭ ਕੋਏ। ਦੇਸ਼ਾਂ ਤੋਂ ਆਵੇ ਕੋਈ, ਵਿਦੇਸ਼ਾਂ ਤੋਂ ਵਿਦੇਸ਼ੀ ਆਵੇ, ਸਭ ਨੂੰ ਭੋਜਨ ਇਕਸਾਰ ਵਰਤਦਾ ਹੈ। ਜੈ ਕੈ ਸੁਜਸ ਵਿਸਾਲ ਪ੍ਰਕਾਸ਼ਾ। ਹੁਣ ਉਹ ਜਦ ਗੁਰੂ ਘਰੋਂ ਜਾਂਦੇ ਨੇ, ਜਿੱਥੇ ਕਿੱਥੇ ਵੀ ਜਾਂਦੇ ਨੇ, ਗੁਰੂ ਘਰ ਦਾ ਸੁਜਸ ਕਰਦੇ ਨੇ। ਜਦੋਂ ਮਹਾਰਾਜ ਜੀ ਦਾ ਪ੍ਰਤਾਪ ਵੇਖ ਕੇ ਪਰਤਦੇ ਜਾਂ ਗੁਰੂ ਕੇ ਲੰਗਰਾਂ ਵਿੱਚ ਲੰਗਰ ਵਰਤਦਾ ਵੇਖ ਕੇ ਵਾਪਸ ਜਾਂਦੇ, ਜਿੱਥੇ ਜਿੱਥੇ ਵੀ ਜਾਂਦੇ ਸਤਿਗੁਰੂ ਜੀ ਦੇ ਘਰ ਦੀ ਮਹਿਮਾ ਕਰਦੇ ਜਾਂਦੇ ਹਨ। ਅਕਿਰਤ ਘਣ ਲੋਕ ਨਹੀਂ ਸਨ ਕਿ ਗੁਰੂ ਕੇ ਲੰਗਰਾਂ ਵਿੱਚ ਖਾ ਕੇ ਮੁੜ ਕੇ ਗੁਰੂ ਘਰ ਦੀ ਹੀ ਨਿੰਦਾ ਕਰਨ ਵਾਲੇ ਲੋਕ ਅੱਜ ਵਾਂਗੂ ਨਹੀਂ ਸਨ। ਗੁਰੂ ਸਾਹਿਬ ਜੀ ਦੇ ਘਰ ਦੀ ਮਹਿਮਾ ਕਰਦੇ ਜਿਹੜੇ ਆਨ ਮਤਾਂ ਦੇ ਲੋਕ ਸਨ, ਉਹ ਲੰਗਰਾਂ ਵਿੱਚ ਪ੍ਰਸ਼ਾਦਾ ਛਕ ਕੇ ਜਾ ਕੇ ਗੁਰੂ ਘਰ ਦੀ ਵਡਿਆਈ ਕਰਦੇ ਹਨ। ਸਿੱਖਨ ਮਨ ਮੈਂ ਹੋਤੇ ਹੁਲਾਸਾ। ਜਦੋਂ ਗੁਰਸਿੱਖ ਗੁਰੂ ਘਰ ਦੀ ਮਹਿਮਾ ਸੁਣਦੇ ਹਨ ਤਾਂ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਕਿ ਸਤਿਗੁਰਾਂ ਦੇ ਘਰ ਦੀ ਮਹਿਮਾ ਪ੍ਰਗਟ ਹੋ ਰਹੀ ਹੈ, ਸਤਿਗੁਰਾਂ ਦੇ ਘਰ ਦਾ ਪ੍ਰਤਾਪ ਪ੍ਰਗਟ ਹੋ ਰਿਹਾ ਹੈ। ਗੁਰਸਿੱਖ ਸੁਣ ਸੁਣ ਕੇ ਖੁਸ਼ੀ ਮਨਾਉਂਦੇ ਹਨ। ਸ਼੍ਰੀ ਅੰਗਦ ਕੋ ਸੁਤ ਸੁਨ ਕਰਕੇ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਸਪੁੱਤਰ ਬਾਬਾ ਦਾਤੂ ਜੀ ਨੇ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਦੀ ਮਹਿਮਾ ਸੁਣੀ, ਜਰੇ ਨਹੀਂ
ਜਾਵਤ ਜਰ ਬਰ ਕੈ। ਉਹਨਾਂ ਕੋਲੋਂ ਨਹੀਂ ਜਰੀ ਜਾਂਦੀ, ਉਹਨਾਂ ਦਾ ਹਿਰਦਾ ਸੜ ਬਲ ਗਿਆ ਜਦੋਂ ਗੁਰੂ ਘਰ ਦੀ ਮਹਿਮਾ ਸੁਣੀ। ਖਾਲਸਾ ਜੀ, ਸੁਭਾਵਕ ਅੱਜ ਦੇ ਸਮਾਜ ਵਿੱਚ ਵੇਖ ਲਈਏ, ਜੇ ਕਿਤੇ ਪਿਤਾ ਨੇ ਆਪਣੀ ਜਾਇਦਾਦ ਚੋਂ ਮਾੜਾ ਮੋਟਾ ਵੀ ਹਿੱਸਾ, ਕੁਝ ਰੁਪਈਏ ਜਾਂ ਕੁਝ ਪੈਸੇ ਆਪਣੇ ਪੁੱਤਰਾਂ ਨੂੰ ਛੱਡ ਕੇ ਕਿਸੇ ਬਗਾਨੇ ਨੂੰ ਦੇ ਦਿੱਤੇ ਹੋਣ ਤੇ ਉਹ ਪੁੱਤਰ ਸਾਰੀ ਜ਼ਿੰਦਗੀ ਉਸ ਬੰਦੇ ਦਾ ਵਿਰੋਧ ਕਰਦੇ ਆ ਵੀ ਇਹ ਸਾਡੇ ਪਿਓ ਨੂੰ ਖਾ ਗਿਆ। ਸੁਭਾਵਕ ਹੈ ਨਾ, ਕਿਉਂਕਿ ਉਹ ਤਾਂ ਮੰਨਦੇ ਆ ਵੀ ਸਾਡੇ ਪਿਤਾ ਦੀ ਵਸਤੂ ਤੇ ਹੱਕ ਸਾਡਾ ਹੀ ਹੈ। ਅੱਜ ਕਈ ਬੇਸਮਝੀ ਵਿੱਚ ਆ ਕੇ ਗੁਰੂ ਪੁੱਤਰਾਂ ਦੀ ਨਿੰਦਾ ਕਰਦੇ ਨੇ ਵੀ ਅਖੇ ਜੀ ਉਹਨਾਂ ਨੇ ਗੁਰੂ ਸਾਹਿਬ ਦਾ ਨਿਰਾਦਰ ਕੀਤਾ। ਪਰ ਜੇ ਸਮਾਜਿਕ ਦ੍ਰਿਸ਼ਟੀ ਨਾਲ ਵੇਖੋ, ਉਹਨਾਂ ਨੂੰ ਕਿੱਡਾ ਵੱਡਾ ਦੁੱਖ ਹੋਵੇਗਾ ਵੀ ਜਦੋਂ ਸਾਡੀ ਜਿਹੜੀ ਵਸਤੂ ਸੀ, ਉਹ ਤਾਂ ਇਹੀ ਸਮਝਦੇ ਸੀ ਨਾ ਵੀ ਸਾਡੇ ਪਿਤਾ ਦੀ ਵਸਤੂ ਸਾਡੀ ਹੈ। ਜਦੋਂ ਉਹਨਾਂ ਦੇ ਘਰ ਵਿੱਚ ਸੇਵਾ ਕਰਨ ਵਾਲਾ ਸੇਵਕ ਉਹ ਵਡਿਆਈ ਲੈ ਜਾਏ, ਉਹ ਖਾਲੀ ਰਹਿ ਜਾਣ, ਉਹਨਾਂ ਨੂੰ ਤਾਂ ਦੁੱਖ ਹੋਣਾ ਸੁਭਾਵਕ ਸੀ ਨਾ। ਇਹ ਤਾਂ ਸੁੱਤੇ ਸਿੱਧ ਸੀ। ਤੋ ਬਾਬਾ ਦਾਤੂ ਜੀ ਨੇ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਦੀ ਮਹਿਮਾ ਸੁਣੀ ਤਾਂ ਉਹਨਾਂ ਦੇ ਮਨ ਵਿੱਚ ਬੜਾ ਦੁੱਖ ਲੱਗਾ ਕਿ ਸਾਡੀ ਮਹਿਮਾ ਨਹੀਂ ਹੁੰਦੀ, ਅਸੀਂ ਗੁਰੂ ਦੇ ਪੁੱਤਰ ਹਾਂ। ਉਹ ਸਾਡੇ ਘਰ 'ਚ ਪਾਣੀ ਢੋਣ ਦੀ ਸੇਵਾ ਕਰਦੇ ਰਹੇ ਤੇ ਉਹਨਾਂ ਦੀ ਇੰਨੀ ਮਹਿਮਾ ਹੋ ਰਹੀ ਹੈ, ਉਹਨਾਂ ਦੀ ਇੰਨੀ ਵਡਿਆਈ ਹੋ ਰਹੀ ਹੈ। ਹਾਂਜੀ, ਹਮਰੇ ਘਰ ਕੀ ਇਹੋ ਵਡਿਆਈ। ਇਹ ਵਡਿਆਈ ਸਾਡੇ ਘਰ ਦੀ ਸੀ, ਇਹ ਗੁਰਿਆਈ ਸਾਡੇ ਪਾਸ ਸੀ, ਸਾਡੇ ਗੁਰਦੇਵ ਕੋਲ ਸੀ। ਹਮਕੋ ਕਿਉਂ ਨਾ ਹੋਈ ਸੁਖਦਾਈ। ਸਾਡੇ ਘਰ ਦੀ ਵਡਿਆਈ ਸਾਡੇ ਲਈ ਸੁਖਦਾਈ ਕਿਉਂ ਨਹੀਂ ਹੈ? ਇਹ ਵਡਿਆਈ ਸਾਡੇ ਘਰ ਦੀ ਸੀ ਤੇ ਸਾਡੇ ਵਾਸਤੇ ਸੁਖਦਾਈ ਕਿਉਂ ਨਹੀਂ? ਸ਼੍ਰੀ ਅੰਗਦ ਬੈਕੁੰਠ ਪਧਾਰੇ। ਜਦੋਂ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਸੱਚਖੰਡ ਗਏ, ਜੋਤੀ ਜੋਤ ਸਮਾਏ, ਕਰੀ 13ਵੀਂ ਜਬੇ ਪਿਛਾਰੇ। ਖਾਲਸਾ ਜੀ, ਜਦੋਂ ਬਾਅਦ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਿਮਿਤ ਸਮਾਗਮ ਕੀਤਾ ਨਾ ਭੋਗ ਦਾ, ਉਸ ਦਿਨ ਬੁੱਢੇ ਉਰ ਵਿਚਾਰ ਕਰਨੀ ਕਾ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਤੇ ਹੋਰ ਗੁਰਸਿੱਖਾਂ ਨੇ ਵਿਚਾਰ ਕਰਕੇ ਦੀਨਸ ਅਮਰ ਗੁਰੂ ਕੋ ਟੀਕਾ। ਗੁਰੂ ਅਮਰਦਾਸ ਸਾਹਿਬ ਜੀ ਨੂੰ ਤਿਲਕ ਦਿੱਤਾ ਤੇ ਪੱਗ ਜਿਹੜੀ ਸੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ, ਉਹ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਦਿੱਤੀ। ਦਾਤੂ ਨੇ ਨਿਜ ਬਲ ਕੋ ਧਾਰੇ। ਪਰ ਉਦੋਂ ਬਾਬੇ ਦਾਤੂ ਨੇ ਇਸ ਗੱਲ ਦਾ ਗੁੱਸਾ ਕੀਤਾ ਸੀ ਵੀ ਪੱਗ ਦੇ ਉੱਤੇ ਹੱਕ ਤਾਂ ਪਿਓ ਦੀ ਪੱਗ ਤੇ ਪੁੱਤਰ ਦਾ ਹੁੰਦਾ, ਅਸੀਂ ਗੁਰੂ ਦੇ ਪੁੱਤਰ ਆ। ਉਹਨਾਂ ਨੇ ਮਹਾਰਾਜ ਜੀ ਅੱਗੋਂ ਪੱਗ ਚੁੱਕ ਕੇ ਜਬਰੀ ਆਪਣੇ ਸਿਰ ਤੇ ਬੰਨ੍ਹ ਲਈ ਸੀ ਵੀ ਮੈਂ ਗੁਰੂ ਹਾਂ। ਇਹ ਕੀਤਾ ਸੀ ਬਾਬਾ ਦਾਤੂ ਜੀ ਨੇ ਉਸ ਵੇਲੇ। ਲੈ ਸਭ ਤੇ ਬਾਂਦੀ ਦਸਤਾਰੇ। ਉਹਨਾਂ ਦਾ ਜ਼ੋਰ ਚੱਲਦਾ ਸੀ ਘਰ ਜੋ ਉਹਨਾਂ ਦਾ ਸੀ ਬਾਬਾ ਦਾਤੂ ਜੀ ਹੋਣਾ ਦਾ, ਇਸ ਕਰਕੇ ਉਹਨਾਂ ਨੇ ਉਹ ਦਸਤਾਰ ਜਿਹੜੀ ਸੀ ਆਪ ਆਪਣੇ ਸਿਰ ਤੇ ਬੰਨ੍ਹ ਲਈ ਸੀ ਉਸ ਵੇਲੇ। ਬੈਠੇ ਨਿਤ ਗਾਦੀ ਪਰ ਸੋਏ। ਬਾਬੇ ਦਾਤੂ ਨੇ ਵੀ ਕੁਝ ਸਮਾਂ ਗੱਦੀ ਲਾ ਕੇ ਬੈਠਣਾ ਸ਼ੁਰੂ ਕੀਤਾ ਸੀ, ਜਿਵੇਂ ਗੁਰੂ ਅੰਗਦ ਸਾਹਿਬ ਬਹਿੰਦੇ ਸਨ ਉਦਾਂ ਹੀ ਇਹਨੇ ਵੀ ਖਡੂਰ ਸਾਹਿਬ 'ਚ ਆਪਣੀ ਗੱਦੀ ਲਾਉਣੀ ਸ਼ੁਰੂ ਕੀਤੀ। ਪੂਜਾ ਕਰਨ ਆਏ ਨੈ ਕੋਏ। ਪਰ ਹੁਣ ਸੇਵਾ ਪੂਜਾ ਤਾਂ ਗੁਰੂ ਅਮਰਦਾਸ ਸਾਹਿਬ ਦੀ ਹੁੰਦੀ, ਗੋਇੰਦਵਾਲ ਸਾਹਿਬ। ਬਾਬੇ ਦਾਤੂ ਕੋਲ ਨਹੀਂ ਕੋਈ ਆਉਂਦਾ ਪੂਜਾ ਕਰਨ। ਉਪਦੇਸ਼ਿਤ ਸੰਗਤ ਕੋ ਰਹਿਓ। ਬਾਬਾ ਦਾਤੂ ਜੀ ਨੇ ਬਥੇਰਾ ਸੰਗਤ ਨੂੰ ਪ੍ਰੇਰਿਆ ਕਿ ਜੀ ਪੱਗ ਮੈਂ ਬੰਨੀ ਆ, ਗੁਰਿਆਈ ਦੀ ਪੱਗ ਮੇਰੇ ਸਿਰ ਤੇ ਆ, ਮੇਰੇ ਪਿਤਾ ਦੀ ਦਸਤਾਰ, ਤੁਸੀਂ ਮੇਰੀ ਪੂਜਾ ਕਰਿਆ ਕਰੋ, ਮੇਰੇ ਕੋਲ ਆ ਕੇ ਭਟਾਵਾ ਭੇਟ ਕਰਿਆ ਕਰੋ। ਬਥੇਰਾ ਬਾਬਾ ਦਾਤੂ ਜੀ ਸੰਗਤ ਨੂੰ ਉਪਦੇਸ਼ ਦਿੰਦੇ ਨੇ, ਪ੍ਰੇਰਦੇ ਨੇ। ਤੋ ਨ ਗੁਰ ਇਸ ਕੋ ਕਿਨ ਕਹਿਓ। ਪਰ ਕਿਸੇ ਨੇ ਬਾਬਾ ਦਾਤੂ ਜੀ ਨੂੰ ਗੁਰੂ ਨਹੀਂ ਆਖਿਆ। ਪ੍ਰੇਰਦੇ ਜ਼ਰੂਰ ਨੇ ਲੋਕਾਂ ਨੂੰ ਵੀ, ਸੰਗਤ ਨੂੰ ਵੀ ਸਾਡੀ ਪੂਜਾ ਕਰੋ, ਪਰ ਕੋਈ ਇਹਨਾਂ ਨੂੰ ਗੁਰੂ ਨਹੀਂ ਆਖਦਾ। ਆਏ ਨਹੀਂ ਕੋ ਮਾਥ ਨਿਵਾਵੇ। ਨਾ ਹੀ ਕੋਈ ਆ ਕੇ ਇਹਨਾਂ ਨੂੰ ਨਮਸਕਾਰ, ਹਾਂ ਗੁਰੂ ਪੁੱਤਰ ਜਾਣ ਕੇ ਸਤਿਕਾਰ ਕਰਦੇ ਨੇ ਵੀ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਨੇ, ਪਰ ਗੁਰੂ ਵਾਂਗੂ ਮੱਥਾ ਨਹੀਂ ਟੇਕਦੇ ਵੀ ਬਾਬਾ ਦਾਤੂ ਜੀ ਗੁਰੂ ਜੀ ਦੇ ਸਥਾਨ ਤੇ ਨੇ। ਇਹ ਜਾਣ ਕੇ, ਕਿਉਂਕਿ ਸੰਗਤ ਨੂੰ ਪਤਾ ਸੀ ਕਿ ਗੁਰੂ ਤਾਂ ਗੁਰੂ ਅਮਰਦਾਸ ਸਾਹਿਬ ਹਨ, ਹਾਂ ਇਹਨਾਂ ਦਾ ਸਨਮਾਨ ਜ਼ਰੂਰ ਕਰਦੇ। ਸਨਮਾਨ ਵੇਖੋ ਕਿੰਨਾ ਹੋਵੇਗਾ।
ਕਿ ਜੇ ਬਾਬੇ ਦਾਤੂ ਨੇ ਅੱਗੇ ਕਥਾ ਆ ਰਹੀ ਹੈ ਗੁਰੂ ਅਮਰਦਾਸ ਸਾਹਿਬ ਜੀ ਦੀ ਬੇਅਦਬੀ ਕੀਤੀ ਤੇ ਉੱਥੇ ਸਿੱਖ ਵੀ ਬੈਠੇ ਸਨ, ਉਹਨਾਂ ਵੇਖਿਆ, ਪਰ ਗੁਰੂ ਸਾਹਿਬ ਜੀ ਨੇ ਜਦੋਂ ਆਪ ਉਹਨਾਂ ਦਾ ਸਤਿਕਾਰ ਕੀਤਾ ਬਾਬਾ ਦਾਤੂ ਜੀ ਦਾ, ਤੇ ਫਿਰ ਸੰਗਤ ਨੇ ਵੀ ਕਿਸੇ ਨੇ ਬਾਬੇ ਦਾਤੂ ਵੱਲ ਨਹੀਂ ਵੇਖਿਆ ਕੈੜੀ ਅੱਖ ਨਾਲ, ਵੀ ਜੇ ਗੁਰੂ ਅਮਰਦਾਸ ਸਾਹਿਬ ਜੀ ਨੇ ਉਹਨਾਂ ਦਾ ਚਰਨ ਫੜ ਲਿਆ ਫਿਰ ਸਾਡਾ ਕੀ ਹੱਕ ਬਣਦਾ ਵੀ ਅਸੀਂ ਨਰਾਦਰ ਕਰੀਏ। ਜਿਨ੍ਹਾਂ ਦਾ ਅਦਬ ਗੁਰੂ ਸਾਹਿਬ ਕਰ ਰਹੇ ਨੇ ਅਸੀਂ ਕਿਉਂ ਨਾ ਉਹਨਾਂ ਦਾ ਅਦਬ ਕਰੀਏ। ਇਸ ਕਰਕੇ ਬਾਬੇ ਦਾਤੂ ਦਾ ਸਤਿਕਾਰ ਜ਼ਰੂਰ ਕਰਦੀ ਹੈ ਸੰਗਤ, ਪਰ ਕੋਈ ਆ ਕੇ ਉਹਨਾਂ ਦੀ ਪੂਜਾ ਨਹੀਂ ਕਰਦਾ ਵੀ ਇਹਨਾਂ ਨੂੰ ਗੁਰੂ ਵਾਂਗੂ ਪੂਜਦਾ ਹੋਵੇ। ਮਿਲੀ ਨਾ ਕੁਛ ਅਕੋਰੇ ਅਰ ਪਾਵੇ। ਇਸ ਕਰਕੇ ਨਾ ਹੀ ਕੋਈ ਭੇਟਾ ਲਿਆ ਕੇ ਅਰਪਣ ਕਰਦਾ ਹੈ, ਨਾ ਹੀ ਬਹੁਤੇ ਲੋਕ ਆ ਕੇ ਇਹਨਾਂ ਨੂੰ ਮਿਲਦੇ ਹਨ। ਜਾਂ ਤੇ ਰਿਸ ਕਰ ਦੁਖੇ ਕਨੀਰਾ। ਇਸ ਕਰਕੇ ਬਾਬਾ ਦਾਤੂ ਜੀ ਗੁੱਸੇ 'ਚ ਆ ਕੇ ਬੜਾ ਦੁਖੀ ਹੁੰਦੇ ਵੀ ਸਾਨੂੰ ਕੋਈ ਪੁੱਛਦਾ ਹੀ ਨਹੀਂ। ਉੱਥੇ ਗੋਇੰਦਵਾਲ ਸਾਹਿਬ ਮੇਲਾ ਲੱਗਾ ਰਹਿੰਦਾ, ਸਾਡੇ ਕੋਲ ਕੋਈ ਆਉਂਦਾ ਹੀ ਨਹੀਂ। ਬਾਬਾ ਦਾਤੂ ਜੀ ਇਸ ਗੱਲ ਦਾ ਬੜਾ ਗੁੱਸਾ ਬਣਾਉਂਦੇ ਆਪਣੇ ਮਨ ਵਿੱਚ। ਉਹ ਈਰਖਾ ਸਹਿਤ ਵਡੇਰਾ। ਮਨ ਵਿੱਚ ਬਹੁਤ ਈਰਖਾ ਕਰਦੇ, ਬਹੁਤ ਜ਼ਿਆਦਾ ਦਵੈਸ਼, ਕਿਉਂਕਿ ਬਾਬੇ ਦਾਤੂ ਨੇ ਉਹ ਰੌਣਕਾਂ ਵੇਖੀਆਂ ਸੀ ਜਿਹੜੀਆਂ ਗੁਰੂ ਅੰਗਦ ਸਾਹਿਬ ਦੇ ਸਮੇਂ ਘਰ 'ਚ ਲੱਗਦੀਆਂ ਸਨ। ਸੰਗਤ ਆਉਂਦੀ ਸੀ, ਇੱਕਦਮ ਜਦੋਂ ਹੁਣ ਕੋਈ ਆਉਂਦਾ ਨਹੀਂ, ਸੰਗਤ ਸਾਰੀ ਗੋਇੰਦਵਾਲ ਸਾਹਿਬ ਜਾਂਦੀ ਹੈ। ਇਸ ਗੱਲ ਦਾ ਸੁਭਾਵਕ ਸੀ ਬਾਬਾ ਜੀ ਦੇ ਮਨ 'ਚ ਈਰਖਾ ਹੋਣੀ ਸੀ। ਬਾਬਾ ਦਾਤੂ ਜੀ ਦੇ ਮਨ 'ਚ ਬਹੁਤ ਜ਼ਿਆਦਾ ਭਾਰੀ ਈਰਖਾ ਉਹਨਾਂ ਦੇ, ਕਿਉਂਕਿ ਹੰਕਾਰ ਵੀ ਸੀ ਨਾ ਵੀ ਮੈਂ ਗੁਰੂ ਦਾ ਪੁੱਤਰ ਹਾਂ। ਜਿਹੜਾ ਬੰਦਾ ਹੰਕਾਰੀ ਹੋਵੇਗਾ ਉਹ ਦੂਜੇ ਦੀ ਵਡਿਆਈ ਵੇਖ ਕੇ ਈਰਖਾ ਕਰੇਗਾ, ਇਹ ਸੁਭਾਵਕ ਹੈ। ਦੂਜੇ ਦੀ ਸੋਭਾ ਵੇਖ ਕੇ ਉਹਦੇ ਮਨ 'ਚ ਈਰਖਾ ਆਵੇਗੀ। ਤੋ ਬਾਬਾ ਦਾਤੂ ਜੀ ਦਾ ਹਿਰਦਾ ਇਸ ਕਰਕੇ ਈਰਖਾ ਦੇ ਨਾਲ ਸੜਦਾ ਹੈ। ਬਨੇ ਗੁਰੂ ਪਰ ਬਨਿਓ ਨਾ ਜਾਈ। ਗੁਰੂ ਬਣ ਕੇ ਬਹਿੰਦੇ ਜ਼ਰੂਰ ਨੇ, ਉੱਤੇ ਚੰਦੋਆ ਵੀ ਤਾਣ ਲੈਂਦੇ, ਨੌਕਰ ਚਾਕਰ ਵੀ ਰੱਖੇ ਹੋਏ ਨੇ, ਸੇਵਾਦਾਰ ਆਪਣੇ ਆਹਮਣੇ ਸਾਹਮਣੇ। ਗੁਰੂ ਬਣ ਕੇ ਬਹਿੰਦੇ ਜ਼ਰੂਰ ਨੇ ਪਰ ਪੂਜਾ ਨਹੀਂ ਹੁੰਦੀ। ਉੱਦਾਂ ਗੁਰੂ ਬਣਨਾ ਚਾਹੁੰਦੇ ਐ ਪਰ ਬਣ ਨਹੀਂ ਸਕਦੇ। ਨੈ ਸੰਗਤ ਕਿਸ ਦਿਸ਼ ਤੇ ਆਈ। ਇਸ ਕਰਕੇ ਸੰਗਤ ਵੀ ਨਹੀਂ ਆਉਂਦੀ ਇਹਨਾਂ ਦੇ ਪਾਸ। ਹੋਤੇ ਮਿੱਤਰ ਖੱਤਰੀ ਇਸ ਕੇਰੇ। ਖਡੂਰ ਸਾਹਿਬ ਦੇ ਕੁਝ ਖੱਤਰੀ ਭਾਈਚਾਰੇ ਦੇ ਮਿੱਤਰ ਸਨ ਬਾਬਾ ਦਾਤੂ ਜੀ ਦੇ, ਜਿਹੜੇ ਇਹਨਾਂ ਨਾਲ ਮਿੱਤਰਤਾਈ ਰੱਖਦੇ ਸੀ, ਆਉਂਦੇ ਜਾਂਦੇ ਸਨ। ਨਿਕਟ ਬੈਠ ਕਰ ਤਰਕ ਕਨੇਰੇ। ਹੁਣ ਕਈ ਮਿੱਤਰ ਇਹੋ ਜਿਹੇ ਵੀ ਹੁੰਦੇ ਆ ਜਿਨ੍ਹਾਂ ਦੇ ਹੁੰਦਿਆਂ ਦੁਸ਼ਮਣਾਂ ਦੀ ਲੋੜ ਨਹੀਂ ਰਹਿੰਦੀ। ਕਈ ਮਿੱਤਰ ਇਹੋ ਜਿਹੇ ਵੀ ਹੁੰਦੇ ਆ ਵੀ ਜਿਨ੍ਹਾਂ ਮਿੱਤਰਾਂ ਦੇ ਹੁੰਦਿਆਂ ਦੁਸ਼ਮਣਾਂ ਦੀ ਲੋੜ ਨਹੀਂ ਰਹਿੰਦੀ, ਦੁਸ਼ਮਣ ਦਾ ਕੰਮ ਉਹ ਮਿੱਤਰ ਹੀ ਕਰੀ ਜਾਂਦੇ ਆ। ਇਸ ਕਰਕੇ ਚਾਣਕਿਆ ਕਹਿੰਦਾ, ਚਾਣਕਿਆ ਨੀਤੀ ਵਿੱਚ ਉਹ ਕਹਿੰਦਾ ਬੇਵਕੂਫ ਮਿੱਤਰ ਨਾਲੋਂ ਸਮਝਦਾਰ ਦੁਸ਼ਮਣ ਕਈ ਗੁਣਾ ਚੰਗਾ ਹੁੰਦਾ। ਮਿੱਤਰ ਬੇਵਕੂਫ ਹੋਵੇ, ਮੂਰਖ ਹੋਵੇ, ਉਹਦੇ ਨਾਲੋਂ ਸਮਝਦਾਰ ਮਿੱਤਰ ਕਈ ਗੁਣਾ ਚੰਗਾ, ਉਹ ਫਿਰ ਵੀ ਸੋਚੇਗਾ। ਤੋ ਕੁਝ ਇਹੋ ਜਿਹੇ ਮਿੱਤਰ ਸਨ ਜਿਨ੍ਹਾਂ ਨੇ ਦੁਸ਼ਮਣੀ ਵਾਲਾ ਹੀ ਕੰਮ ਨਿਭਾਇਆ ਬਾਬੇ ਦਾਤੂ ਨਾਲ। ਉਹ ਕੀ ਕਰਦੇ ਨੇ, ਆ ਕੇ ਤਰਕ ਕਰਦੇ ਬਾਬਾ ਦਾਤੂ ਜੀ ਦੇ ਕੋਲ। ਹਾਂਜੀ, ਤੁਮ ਸਪੂਤ ਬੈਠੇ ਰਹਿ ਛੂਛੇ। ਕੀ ਕਹਿੰਦੇ ਹੋ ਅੱਗ ਲਾਉਣ ਨੂੰ? ਕਹਿੰਦੇ ਤੁਸੀਂ ਗੁਰੂ ਦੇ ਪੁੱਤਰ ਬਣ ਕੇ ਵੀ ਗੁਰੂ ਤੋਂ ਖਾਲੀ ਰਹਿ ਗਏ। ਤੁਸੀਂ ਸਪੁੱਤਰ ਹੋਵੋ ਗੁਰੂ ਦੇ ਤੇ ਸਪੂਤ ਹੋ ਕੇ ਵੀ ਖਾਲੀ ਰਹਿ ਗਏ। ਆਏ ਨਹੀਂ ਕੋ ਬਾਤ ਨਾ ਪੁੱਛੇ। ਤੁਹਾਡੇ ਕੋਲ ਨਾ ਕੋਈ ਆਉਂਦਾ, ਨਾ ਤੁਹਾਡੀ ਕੋਈ ਬਾਤ ਪੁੱਛਦਾ ਵੀ ਤੁਸੀਂ ਮਰੇ ਹੋ ਕਿ ਜਿਉਂਦੇ ਹੋ। ਕੋ ਸਿੱਖ ਆਏ ਨਾ ਦਰਸ ਨਿਹਾਰੇ। ਕੋਈ ਸਿੱਖ ਨਹੀਂ ਆਉਂਦਾ ਤੁਹਾਡੇ ਕੋਲ, ਨਾ ਆ ਕੇ ਤੁਹਾਡੇ ਦਰਸ਼ਨ ਕਰਦਾ। ਭੇਟ ਨਾ ਅਰਪੇ ਨਮੋ ਨਾ ਧਾਰੇ। ਨਾ ਕੋਈ ਤੁਹਾਨੂੰ ਭੇਟਾ ਅਰਪਣ ਕਰਦਾ, ਨਾ ਕੋਈ ਆ ਕੇ ਤੁਹਾਨੂੰ ਨਮਸਕਾਰ ਕਰਦਾ। ਜੀਵਤ ਹੀ ਪੇ ਮ੍ਰਿਤਕ ਸਮਾਨਾ। ਬਾਬਾ ਦਾਤੂ ਜੀ ਤੁਸੀਂ ਤਾਂ ਜਿਉਂਦੇ ਹੀ ਮਰਿਆਂ ਦੇ ਬਰਾਬਰ ਹੋ। ਏਦਾਂ ਉਹ ਲੋਕ ਆ ਕੇ ਗੱਲਾਂ ਕਹਿੰਦੇ, ਬਾਬਾ ਜੀ
ਤੁਸੀਂ ਤਾਂ ਜਿਉਂਦੇ ਹੀ ਮਰਿਆਂ ਦੇ ਮ੍ਰਿਤਕਾਂ ਦੇ ਬਰਾਬਰ ਹੋ। ਪਿਤਗਾ ਦੀਨੇ ਲਈ ਮਹਾਨਾ। ਕਿ ਤੁਹਾਨੂੰ ਤੁਹਾਡੇ ਪਿਤਾ ਦੀ ਗੱਦੀ ਨਹੀਂ ਮਿਲੀ, ਐਡੀ ਮਹਾਨ ਗੱਦੀ ਸੀ ਤੁਹਾਡੇ ਪਿਤਾ ਜੀ ਦੇ ਪਾਸ, ਉਹ ਗੱਦੀ ਗੁਰਤਾ ਗੱਦੀ ਤੁਹਾਨੂੰ ਪ੍ਰਾਪਤ ਨਹੀਂ ਹੋਈ। ਕਿਸੀ ਥਾਨ ਕੋ ਖੱਤਰੀ ਆਇਓ। ਪਤਾ ਨਹੀਂ ਕਿਹੜੇ ਪਿੰਡੋਂ ਸੁਣਿਆ ਵੀ ਆ ਬਾਸਰ ਕੇ ਪਿੰਡ ਆ ਇੱਥੇ, ਉੱਥੋਂ ਇੱਕ ਖੱਤਰੀ ਆਇਆ ਭੱਲਿਆਂ ਦਾ ਸਾਹਿਬਜ਼ਾਦਾ, ਮਹਾ ਅਰੂਜ ਤਾਹੇ ਨੇ ਪਾਇਓ। ਉਹਨੇ ਆ ਕੇ ਸੇਵਾ ਕੀਤੀ ਤੇ ਏਡੀ ਵੱਡੀ ਪਦਵੀ ਪ੍ਰਾਪਤ ਕਰ ਲਈ। ਖਬਰੇ ਕਿੱਥੋਂ ਆਇਆ, ਏਦਾਂ ਗੱਲ ਕੀਤੀ ਉਹਨਾਂ ਨੇ। ਕਹਿੰਦੇ ਖਬਰੇ ਉਹ ਕਿੱਥੋਂ ਆਇਆ, ਉਹਨੇ ਆ ਕੇ ਸੇਵਾ ਕੀਤੀ ਤੁਹਾਡੇ ਪਿਤਾ ਜੀ ਦੀ, ਔਰ ਏਡੀ ਵੱਡੀ ਪਦਵੀ ਉਹਨਾਂ ਨੇ ਪ੍ਰਾਪਤ ਕਰ ਲਈ ਤੁਹਾਡੇ ਘਰ ਦਾ ਪਾਣੀ ਢੋ ਕੇ, ਤੇ ਤੁਸੀਂ ਗੁਰੂ ਦੇ ਸਪੂਤ ਹੋ ਕੇ ਵੀ ਖਾਲੀ ਰਹਿ ਗਏ। ਦੇਸ਼ਨ ਕੇ ਨਰੇਸ਼ ਚੱਲ ਆਵੇ। ਬਾਬਾ ਜੀ ਸਾਨੂੰ ਪਤਾ ਲੱਗਾ ਵੀ ਹੁਣ ਉਹਨਾਂ ਦੇ ਕੋਲ, ਯਾਨੀ ਕਿ ਗੁਰੂ ਅਮਰਦਾਸ ਸਾਹਿਬ ਕੋਲ, ਕਹਿੰਦੇ ਸਾਨੂੰ ਪਤਾ ਲੱਗਾ ਕਿ ਉਹਨਾਂ ਦੇ ਕੋਲ ਵੱਡੇ ਵੱਡੇ ਦੇਸ਼ਾਂ ਦੇ ਰਾਜੇ ਚੱਲ ਕੇ ਆਉਂਦੇ। ਹਰੀਪੁਰ ਦੀ ਰਿਆਸਤ ਦਾ ਰਾਜਾ ਆਇਆ ਸੀ ਕੁਝ ਦਿਨ ਪਹਿਲਾਂ, ਰਿਆਸਤਾਂ ਦੇ ਰਾਜੇ ਉਹਨਾਂ ਦੇ ਕੋਲ ਚੱਲ ਕੇ ਆਉਂਦੇ ਹਨ। ਅਰਪ ਉਪਾਇਨ ਸੀਸ ਝੁਕਾਵੇ। ਉਹਨਾਂ ਦੇ ਚਰਨਾਂ 'ਚ ਭਟਾਵਾਂ ਅਰਪਣ ਕਰਕੇ ਉਹਨਾਂ ਅੱਗੇ ਸੀਸ ਝੁਕਾਉਂਦੇ ਹਨ। ਨਿਤ ਪ੍ਰਤ ਪੀਰ ਸੋ ਗੋਇੰਦਵਾਲ। ਨਿਤਾ ਪ੍ਰਤੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਭੀੜ ਲੱਗੀ ਰਹਿੰਦੀ ਹੈ। ਨਿਤਾ ਪ੍ਰਤੀ ਗੋਇੰਦਵਾਲ ਸਾਹਿਬ ਇੰਨੀ ਭੀੜ, ਇੰਨਾ ਇਕੱਠ ਹੁੰਦਾ ਲੋਕਾਂ ਦਾ, ਬਾਬਾ ਜੀ ਕੀ ਦਸੀਏ ਵੀ ਉੱਥੇ ਤਿਲ ਸੁੱਟਣ ਨੂੰ ਥਾਂ ਨਹੀਂ ਲੱਭਦੀ, ਇੰਨੀ ਸੰਗਤ ਉੱਥੇ ਆਉਂਦੀ ਹੈ। ਤੇ ਜਦੋਂ ਬਾਬਾ ਜੀ ਅਸੀਂ ਤੁਹਾਡੇ ਕੋਲ ਆਉਂਦੇ ਆ ਤੇ ਤੁਹਾਡੇ ਘਰੇ ਕਾਂ ਬੋਲਦੇ ਹੁੰਦੇ ਐ, ਕੋਈ ਨਜ਼ਰ ਹੀ ਨਹੀਂ ਆਉਂਦਾ, ਕੱਲੇ ਬੈਠੇ ਰਹਿੰਦੇ ਹੋ, ਜਾਂ ਕਦੇ ਅਸੀਂ ਆ ਜਾਈਏ ਤਾਂ ਆ ਜਾਈਏ, ਤੁਹਾਡੇ ਕੋਲ ਤਾਂ ਅਸੀਂ ਕਦੇ ਸੰਗਤ ਵੇਖੀ ਨਹੀਂ। ਤੁਸੀਂ ਵੀ ਤਾਂ ਗੁਰੂ ਦੇ ਪੁੱਤਰ ਹੋ। ਹਾਂਜੀ, ਆਏ ਸੰਗਤਾਂ ਮਿਲੇ ਵਿਸਾਲ। ਔਰ ਉਹਨਾਂ ਦੇ ਕੋਲ ਸੰਗਤ ਆਉਂਦੀ ਹੈ ਤੇ ਵਿਸ਼ਾਲ ਹੀ ਆਉਂਦੀ ਹੈ, ਹੱਦ ਹੀ ਕੋਈ ਨਹੀਂ ਵੀ ਕਿੰਨੀ ਕੁ ਸੰਗਤ ਆਉਂਦੀ ਆ, ਕੋਈ ਗਿਣਤੀ ਮਿਣਤੀ ਨਹੀਂ। ਪੂਜੇ ਪਾਇਨ ਸੁਜਸ ਬਖਾਨੇ। ਉਹਨਾਂ ਦੇ ਚਰਨ ਪੂਜਦੀਆਂ ਨੇ ਸੰਗਤਾਂ, ਔਰ ਉਹਨਾਂ ਦਾ ਸੁਜਸ ਕਰਦੀਆਂ ਹਨ। ਅਤ ਉੱਤਮ ਵਸਤੂ ਕਹੋ ਆਨੇ। ਔਰ ਬੜੀਆਂ ਬੜੀਆਂ ਉੱਤਮ ਵਸਤੂਆਂ ਉਹਨਾਂ ਦੇ ਚਰਨਾਂ 'ਚ ਲੈ ਕੇ ਆਉਂਦੇ ਨੇ ਸਿੱਖ, ਬੜੀਆਂ ਬੜੀਆਂ ਕੀਮਤੀ ਭਟਾਵਾਂ ਲੈ ਕੇ ਉਹਨਾਂ ਦੇ ਚਰਨਾਂ 'ਚ ਹਾਜ਼ਰ ਹੁੰਦੇ ਨੇ। ਮਾਰੇ ਬਚਨ ਬਾਨ ਉਰ ਗਾਡੇ। ਕਹਿੰਦੇ ਏਦਾਂ ਜਿਹੜੇ ਬਾਬੇ ਦਾਤੂ ਦੇ ਯਾਰ ਨੇ ਨਾ ਮਿੱਤਰ, ਉਹ ਏਦਾਂ ਦੇ ਤੀਰ ਮਾਰਦੇ ਬਾਬੇ ਦਾਤੂ ਦੇ ਕਲੇਜੇ 'ਚ। ਇਹ ਬੋਲ ਖਾਲਸਾ ਜੀ ਤਲਵਾਰ ਨਾਲੋਂ ਵੀ ਤਿੱਖੇ ਹੁੰਦੇ ਆ, ਏਦਾਂ ਦੇ ਜਿਹੜੇ ਬੋਲ ਹੁੰਦੇ ਆ। ਤਲਵਾਰ ਤਾਂ ਸਰੀਰ ਨੂੰ ਕੱਟਦੀ ਹੈ ਨਾ, ਜਿਹੜੇ ਏਦਾਂ ਦੇ ਬੋਲ ਨੇ ਅੰਦਰ ਧੁਰ ਆਤਮਾ ਨੂੰ ਚੀਰ ਕੇ ਰੱਖ ਦਿੰਦੇ ਐ, ਕਲੇਜੇ ਨੂੰ ਵਿੰਨ ਕੇ ਰੱਖ ਦਿੰਦੇ ਐ। ਏਦਾਂ ਦੇ ਤੀਰ ਮਾਰਦੇ ਬਾਬੇ ਦਾਤੂ ਦੇ ਕਲੇਜੇ ਨੂੰ। ਸੁਨ ਦਾਤੂ ਧੀਰਜ ਨਿਜ ਛਾਡੇ। ਜਦੋਂ ਬਾਬਾ ਦਾਤੂ ਜੀ ਉਹਨਾਂ ਕੋਲੋਂ ਇਹੋ ਜੀਆਂ ਗੱਲਾਂ ਸੁਣਦੇ ਨੇ, ਤੀਰ ਉਹਨਾਂ ਨੂੰ ਵੱਜਦੇ ਨੇ, ਤੇ ਬਾਬਾ ਜੀ ਦੇ ਹਿਰਦੇ 'ਚੋਂ ਧੀਰਜ ਜਾਂਦਾ ਰਹਿੰਦਾ, ਮਨ ਦਾ ਧੀਰਜ ਨਸ਼ਟ ਹੋ ਜਾਂਦਾ ਹੈ। ਇੱਕਦਮ ਅੱਗ ਭੰਬੂਲਾ ਹੋ ਜਾਂਦੇ, ਗੁੱਸੇ ਨਾਲ ਬੁੱਲ ਫਰਕਣ ਲੱਗ ਪੈਂਦੇ। ਮਹਿਮਾ ਜਦ ਜਾਣੇ ਤਿਨ ਕੀ। ਨਾਲੇ ਇਹ ਸ਼ੱਕ ਨਹੀਂ ਹੈ, ਬਾਬਾ ਦਾਤੂ ਜੀ ਚੰਗੀ ਤਰ੍ਹਾਂ ਗੁਰੂ ਸਾਹਿਬ ਦੀ ਮਹਿਮਾ ਨੂੰ ਜਾਣਦੇ ਨੇ, ਗੁਰੂ ਅਮਰਦਾਸ ਸਾਹਿਬ ਦੀ ਮਹਿਮਾ ਨੂੰ। ਇਹ ਨਹੀਂ ਕਿ ਉਹਨਾਂ ਨੂੰ ਕੋਈ ਕਿਸੇ ਪ੍ਰਕਾਰ ਦਾ ਪੜਦਾ ਹੈ ਜਾਂ ਕੋਈ ਭਰਮ ਹੈ, ਜਾਣਦੇ ਨੇ ਕਿ ਗੁਰੂ ਅਮਰਦਾਸ ਸਾਹਿਬ ਨੂੰ ਜੋ ਵਡਿਆਈ ਮਿਲੀ ਹੈ ਉਹਦੇ ਹੱਕਦਾਰ ਸਨ, ਉਹ ਯੋਗ ਸਨ। ਇਹ ਵੀ ਜਾਣਦੇ ਨੇ ਬਾਬਾ ਦਾਤੂ ਜੀ। ਤਤ ਕੁਸੰਗ ਹਤੀ ਬ੍ਰਿਤੀ ਮਨ ਕੀ। ਪਰ ਕੁਸੰਗੀਆਂ ਨੇ ਮੱਤ ਮਾਰ ਦਿੱਤੀ, ਪਰਦਾ ਪਾ ਦਿੱਤਾ ਮੱਤ ਤੇ। ਕੁਸੰਗੀ ਜਿਹੜੇ ਹੁੰਦੇ ਆ, ਤਦੇ ਤੇ ਮਹਾਰਾਜ ਜੀ ਨੇ ਆਖਿਆ ਭਾਈ ਉਲਟੀ ਰੇ ਮਨ ਉਲਟੀ ਰੇ, ਸਾਕਤ ਸਿਉ ਕਰ ਉਲਟੀ ਰੇ। ਸਾਕਤਾਂ ਤੇ ਦੁਰਜਨਾਂ ਤੋਂ ਆਪਣੀ ਪ੍ਰੀਤ ਉਲਟਾ ਲੈਣੀ ਚਾਹੀਦੀ ਹੈ, ਕਿਉਂਕਿ ਇਹਨਾਂ ਦੀ ਸੰਗਤ ਕੀਤਿਆਂ ਮਨੁੱਖ ਕਦੇ ਛੁੱਟ ਨਹੀਂ ਸਕਦਾ। ਸੰਗ ਕੁਸੰਗੀ ਬੈਸ ਤੇ ਤਬ ਪੁੱਛੈ ਧਰਮ ਰਾਏ।
ਕੁਸੰਗੀਆਂ ਦੇ ਨਾਲ ਬਹਿਣ ਨਾਲ ਹੀ ਧਰਮ ਰਾਜੇ ਕੋਲ ਪੁੱਛ-ਗਿੱਛ ਸ਼ੁਰੂ ਹੋ ਜਾਂਦੀ। ਚੋਰਾਂ ਦੇ ਨਾਲ ਕੋਈ ਸਾਧ ਬੈਠਾ ਹੋਵੇ ਨਾ ਤੇ ਪੁਲਿਸ ਵਾਲੇ ਵੀਰ ਸਾਧ ਨੂੰ ਵੀ ਫੜ ਲੈਂਦੇ, ਉਹਨੂੰ ਵੀ ਪੁੱਛਦੇ ਤੂੰ ਕੀ ਕਰਦਾ ਸੀ ਇੱਥੇ ਬਈ। ਪੁੱਛ-ਗਿੱਛ ਉਹਦੀ ਵੀ ਹੁੰਦੀ ਹੈ ਵੀ ਤੂੰ ਇਹਨਾਂ ਨਾਲ ਕੀ ਬੈਠਾ ਕਰਦਾ ਸੀ, ਤੂੰ ਤਾਂ ਨਹੀਂ ਹਿੱਸਾ ਪੱਤੀ ਰੱਖੀ। ਉਹ ਭਾਵੇਂ ਬਥੇਰਾ ਕਵੇ ਵੀ ਮੈਂ ਤਾਂ ਉਦਾਂ ਹੀ ਬਹਿ ਗਿਆ ਸਾਂ, ਪਰ ਪੁੱਛ-ਗਿੱਛ ਉਹਦੀ ਵੀ ਹੁੰਦੀ ਹੈ। ਏਡਾ ਮਾੜਾ ਹੁੰਦਾ ਕੁਸੰਗੀਆਂ ਦਾ ਸੰਗ। ਤੋ ਕੁਸੰਗੀਆਂ ਨੇ ਮੱਤ ਤੇ ਪਰਦਾ ਪਾ ਦਿੱਤਾ ਬਾਬਾ ਦਾਤੂ ਜੀ ਦੇ। ਹਾਲਾਂਕਿ ਜਾਣਦੇ ਸੀ ਚੰਗੀ ਤਰ੍ਹਾਂ ਗੁਰੂ ਸਾਹਿਬ ਦੀ ਮਹਿਮਾ ਨੂੰ, ਗੁਰੂ ਅਮਰਦਾਸ ਸਾਹਿਬ ਦੇ ਪ੍ਰਤਾਪ ਨੂੰ, ਪਰ ਕੁਸੰਗੀਆਂ ਨੇ ਅਕਲ ਦੇ ਉੱਤੇ ਪਰਦਾ ਪਾ ਦਿੱਤਾ। ਦੀਪਤ ਮਤ ਸਰ ਅਗਨ ਅਗਾਰੀ। ਜਾਂ ਇਸ ਤਰ੍ਹਾਂ ਕਹਿ ਲਈਏ ਵੀ ਦੀਵਾ ਜਗਦਾ ਸੀ ਤੇ ਬਲਦੇ ਹੋਏ ਦੀਵੇ ਦੇ ਅੱਗੇ ਕਿਸੇ ਨੇ ਕੰਧ ਕਰ ਦਿੱਤੀ ਹੋਵੇ, ਪਰਦਾ ਕਰ ਦਿੱਤਾ ਹੋਵੇ। ਦੁਸ਼ਟ ਗਿਰਾ ਮੇਲੀ ਕ੍ਰਿਤ ਤਾਰੀ। ਜਾਂ ਇਸ ਤਰ੍ਹਾਂ ਕਹਿ ਲਈਏ ਵੀ ਬਾਬਾ ਜੀ ਦੇ ਹਿਰਦੇ ਵਿੱਚ ਦਵੈਸ਼ ਤਾਂ ਈਰਖਾ ਤਾਂ ਪਹਿਲੋਂ ਹੀ ਸੀ, ਉਹ ਅੱਗ ਦੀ ਲਾਟ ਸੀ, ਤੇ ਇਹਨਾਂ ਦੁਸ਼ਟਾਂ ਨੇ ਜਿਹੜੀ ਆ ਕੇ ਗੱਲਬਾਤ ਕੀਤੀ ਹੈ ਉਹਨੇ ਘਿਓ ਦਾ ਕੰਮ ਕੀਤਾ, ਅੱਗ ਹੋਰ ਪ੍ਰਚੰਡ ਹੋ ਗਈ। ਹਾਂਜੀ, ਵਿਆਕੁਲ ਪਇਓ ਸਹਿਓ ਨੈ ਜਾਈ। ਬਾਬਾ ਦਾਤੂ ਜੀ ਇੰਨਾ ਜ਼ਿਆਦਾ ਗੁੱਸੇ ਵਿੱਚ ਆ ਕੇ ਵਿਆਕੁਲ ਹੋਏ ਕਿ ਗੁੱਸਾ ਬਰਦਾਸ਼ਤ ਨਹੀਂ ਪਿਆ ਹੁੰਦਾ ਉਹਨਾਂ ਕੋਲੋਂ, ਕਿਉਂਕਿ ਉਹਨਾਂ ਨੇ ਗੱਲਾਂ ਹੀ ਇਸ ਢੰਗ ਨਾਲ ਕੀਤੀਆਂ ਕਿ ਗੁੱਸੇ ਵਿੱਚ ਆ ਕੇ ਅੱਗ ਭੰਬੂੜਾ ਹੋ ਗਏ ਬਾਬਾ ਦਾਤੂ ਜੀ। ਅਤਰਿਸ ਤੇ ਚਿਤ ਅਸ ਉਪਜਾਈ। ਇੰਨਾ ਜ਼ਿਆਦਾ ਗੁੱਸਾ ਆਇਆ ਮਨ ਵਿੱਚ, ਇਉਂ ਸੋਚਣ ਲੱਗੇ ਬਾਬਾ ਦਾਤੂ ਜੀ। ਹਾਂਜੀ, ਅਮਰ ਗੁਰੂ ਕੋ ਜਾਏ ਸੰਘਾਰੋਂ। ਕੀ ਫੁਰਨਾ ਆਇਆ, ਇੰਨੇ ਜ਼ਿਆਦਾ ਗੁੱਸੇ ਵਿੱਚ ਆਏ ਕਿ ਮੈਂ ਗੋਇੰਦਵਾਲ ਸਾਹਿਬ ਜਾਵਾਂ ਔਰ ਜਾ ਕੇ ਗੁਰੂ ਅਮਰਦਾਸ ਸਾਹਿਬ ਜੀ ਦਾ ਕਤਲ ਕਰ ਦਿਆਂ। ਇੱਥੋਂ ਤੱਕ ਵੇਖੋ ਕੁਸੰਗੀ ਦੀ ਸੰਗਤ। ਤਦੇ ਗੁਰਬਾਣੀ ਚ ਪਾਤਸ਼ਾਹ ਨੇ ਬਾਰ-ਬਾਰ ਸੁਚੇਤ ਕੀਤਾ, ਸਾਵਧਾਨ ਰਿਓ ਬਈ, ਖਬਰਦਾਰ ਰਿਓ ਸਾਖਤਾਂ ਦੀ ਸੰਗਤ ਤੋਂ। ਛੁਟਕੀ ਰੇ ਮਨ ਛੁਟਕੀ ਰੇ, ਇਹਨਾਂ ਦੀ ਪ੍ਰੀਤ ਛੁੱਟ ਜਾਣ ਵਾਲੀ ਹੈ, ਨਾਲ ਨਹੀਂ ਨਿਭਦੇ। ਜਿਉਂ ਕਾਲਖ ਭਰ ਮੰਦਰ ਬੈਸਿਓ, ਜਿਵੇਂ ਕਾਲਖ ਭਰੇ ਕਿਸੇ ਮਕਾਨ 'ਚ ਜਾ ਕੇ ਤਨ ਤੇ ਚਿੱਟੇ ਰੰਗ ਦੇ ਕੱਪੜੇ ਚਿੱਟੇ ਨਹੀਂ ਰਹਿੰਦੇ, ਕੋਈ ਨਾ ਕੋਈ ਕਾਲਖ ਦਾ ਦਾਗ ਲੱਗ ਹੀ ਜਾਂਦਾ ਹੈ। ਤਿਉਂ ਸਾਖਤਾਂ ਦੀ ਸੰਗਤ ਵਿੱਚ ਕੋਈ ਨਾ ਕੋਈ ਬਦ ਫੈਲੀ ਆ ਹੀ ਜਾਂਦੀ ਹੈ। ਹੁਣ ਜਦੋਂ ਰਾਤ ਦਿਨ ਉਹਨਾਂ ਦੀ ਸੰਗਤ 'ਚ ਰਹਿਣਾ, ਉਹਨਾਂ ਨੇ ਇਹੋ ਜਿਹਾ ਮੱਤ ਵਿੱਚ ਭਰਮ ਪਾ ਦਿੱਤਾ। ਇੰਨਾ ਜ਼ਿਆਦਾ ਰੋਸ ਵਿੱਚ ਆ ਗਏ ਬਾਬਾ ਦਾਤੂ ਜੀ, ਮਨ 'ਚ ਆਇਆ ਕਿ ਅਮਰ ਗੁਰੂ ਕੋ ਜਾਏ ਸੰਘਾਰੋ, ਮੈਂ ਗੁਰੂ ਅਮਰਦਾਸ ਜੀ ਨੂੰ ਜਾ ਕੇ ਮਾਰ ਦੇਵਾਂ। ਗੁਰਤਾ ਗਾਦੀ ਬਹੁਰ ਸੰਭਾਰੋ। ਔਰ ਉਹਨਾਂ ਨੂੰ ਮਾਰ ਕੇ ਗੁਰਤਾ ਗੱਦੀ ਆਪ ਸੰਭਾਲ ਲਵਾਂ, ਗੁਰਤਾ ਗੱਦੀ ਦਾ ਮਾਲਕ ਆਪ ਬਣ ਜਾਵਾਂ। ਹਾਲਾਂਕਿ ਪਤਾ ਸਭ ਕੁਝ ਹੈ ਵੀ ਇਹ ਵਡਿਆਈ ਧੁਰ ਦਰਗਾਹ ਤੋਂ ਮਿਲਦੀ ਹੈ। ਮੇਰੇ ਪਿਤਾ ਨੇ ਵੀ ਤਾਂ ਵਡਿਆਈ ਗੁਰੂ ਨਾਨਕ ਸਾਹਿਬ ਦੀ ਸੇਵਾ ਕਰਕੇ ਪ੍ਰਾਪਤ ਕੀਤੀ ਹੈ। ਜੇ ਪੁੱਤਰਾਂ ਨੂੰ ਹੀ ਮਿਲਦੀ ਹੁੰਦੀ ਤੇ ਬਾਬਾ ਸ਼੍ਰੀ ਚੰਦ ਜੀ ਕੋਈ ਛੋਟੇ ਰੁਤਬੇ ਦੇ ਮਾਲਕ ਨਹੀਂ ਸਨ। ਪਰ ਬਾਬੇ ਦਾ ਹੁਣ ਕੁਸੰਗੀਆਂ ਨੇ ਅਕਲ ਤੇ ਪਰਦਾ ਪਾ ਦਿੱਤਾ। ਇਹ ਗੱਲ ਸੋਚਣ ਸਮਝਣ ਵਿੱਚ ਹੀ ਨਹੀਂ ਆਉਣ ਦਿੱਤੀ ਕਿ ਮੈਂ ਉਹਨਾਂ ਦਾ ਕਤਲ ਕਰਕੇ ਗੁਰਗੱਦੀ ਆਪ ਸੰਭਾਲ ਲਵਾਂ। ਪਿਤ ਕੀ ਵਸਤ ਪੂਤ ਹਮ ਮਾਲਿਕ। ਪਿਤਾ ਦੀ ਵਸਤੂ ਦੇ ਉੱਤੇ ਪੁੱਤਰ ਦਾ ਹੱਕ ਹੁੰਦਾ, ਅਸੀਂ ਉਹਦੇ ਮਾਲਕ ਹਾਂ। ਅਪਰ ਕਿਸੂ ਕੇ ਕਿਮ ਹੋਏ ਤਾਲਿਕ। ਪਿਤਾ ਦੀ ਵਸਤੂ ਤੇ ਕੋਈ ਦੂਜਾ ਕਿਵੇਂ ਆ ਕੇ ਮਾਲਕ ਬਣ ਸਕਦਾ, ਕੋਈ ਦੂਸਰਾ ਕਿਵੇਂ ਆ ਕੇ ਉਹਦੇ ਤਾਲਕ ਕਰ ਸਕਦਾ ਹੈ। ਇਮ ਵਿਚਾਰ ਕਰ ਕੈ ਪ੍ਰਸਥਾਨਾ। ਬਾਬਾ ਦਾਤੂ ਜੀ ਗੁੱਸੇ ਵਿੱਚ ਅੱਗ ਭੰਬੂਲੇ ਵਿਚਾਰ ਕੀਤੀ, ਨਾਲ ਆਪਣੇ ਕੁਝ ਚੇਲੇ ਚਾਟੜੇ ਲਏ। ਪਹੁੰਚਿਓ ਸ੍ਰੀ ਗੁਰ ਅਮਰ ਸਥਾਨਾ। ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਨਗਰੀ ਗੋਇੰਦਵਾਲ ਸਾਹਿਬ ਵੱਲ ਚੱਲ ਪਏ। ਲਗਿਓ ਦੀਵਾਨ ਬਿਰਾਜੇ ਬੀਚ। ਜਦੋਂ ਗੋਇੰਦਵਾਲ ਸਾਹਿਬ ਆਏ, ਪਿੱਛੇ ਕਥਾ ਆਈ ਹੈ
ਜਦੋਂ ਨਗਰ ਵਸਾਉਣਾ ਸੀ ਗੋਇੰਦਵਾਲ ਸਾਹਿਬ, ਉਦੋਂ ਬਾਬੇ ਦਾਤੂ ਨੂੰ ਕਿਹਾ ਸੀ ਗੁਰੂ ਸਾਹਿਬ ਨੇ, ਜਾਓ ਗੋਂਦੇ ਖੱਤਰੀ ਨਾਲ। ਉਦੋਂ ਤਾਂ ਨਾ ਕਰ ਦਿੱਤੀ ਵੀ ਨਾ ਜੀ ਅਸੀਂ ਕਿਉਂ ਜਾਈਏ ਵਸਦੀ ਨਗਰੀ ਛੱਡ ਕੇ। ਹੁਣ ਹੱਕ ਜ਼ਬਾਨ ਚੱਲੇ ਨੇ ਵੀ ਇਹ ਤਾਂ ਸਾਡਾ ਨਗਰ ਹੈ, ਮੇਰੇ ਪਿਤਾ ਜੀ ਦੇ ਬਚਨਾਂ ਨਾਲ ਵਸਿਆ। ਗੋਇੰਦਵਾਲ ਸਾਹਿਬ ਆ ਗਏ ਜਿੱਥੇ ਗੁਰੂ ਅਮਰਦਾਸ ਸਾਹਿਬ ਜੀ ਦਾ ਦੀਵਾਨ ਸਜਿਆ। ਸਤਿਗੁਰੂ ਜੀ ਭਰੇ ਦੀਵਾਨ ਵਿੱਚ ਆ ਜਿਵੇਂ ਹੁਣ ਆਪ ਜੀ ਬੈਠੇ ਹੋ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ, ਇਉਂ ਸਤਿਗੁਰੂ ਜੀ ਭਰੇ ਦੀਵਾਨ ਵਿੱਚ ਬਿਰਾਜਮਾਨ ਹਨ। ਦਰਸੇ ਮਿਲੇ ਊਚਿਆਰ ਨੀਚ, ਉੱਚੇ ਨੀਵੇਂ ਅਮੀਰ ਗਰੀਬ ਰਾਜੇ ਪ੍ਰਜਾ ਸਭ ਇੱਕ ਸਮਾਨ ਆ ਕੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰ ਰਹੇ ਨੇ। ਕੋਟੇ ਕਤੇ ਮਾਥ ਅਗਾਰੀ, ਔਰ ਆ ਕੇ ਸਤਿਗੁਰਾਂ ਨੂੰ ਕਈ ਨਮਸਕਾਰਾਂ ਕਰ ਰਹੇ ਨੇ। ਕੋ ਬਿਨਤੀ ਕਰ ਜੋਰ ਉਚਾਰੀ, ਕਈ ਮੱਥਾ ਟੇਕ ਰਹੇ ਨੇ, ਕਈ ਹੱਥ ਜੋੜ ਕੇ ਸਨਮੁਖ ਖਲੋਤੇ ਮਹਾਰਾਜ ਜੀ ਅੱਗੇ ਅਰਦਾਸਾਂ ਕਰ ਰਹੇ ਨੇ, ਬੇਨਤੀਆਂ ਕਰ ਰਹੇ ਨੇ। ਕੋ ਬੈਠੇ ਸਿਮਰੇ ਸਤਨਾਮੋ, ਔਰ ਕਈ ਬੈਠੇ ਹਨ ਨਮਸਕਾਰ ਕਰਕੇ ਸੁਰਤ ਵਿੱਚ ਨਾਮ ਜਪ ਰਹੇ ਨੇ, ਔਰ ਦੀਵਾਨ ਵਿੱਚ ਚੱਲ ਰਹੀ ਕਥਾ ਕੀਰਤਨ ਦਾ ਆਨੰਦ ਪ੍ਰਾਪਤ ਕਰ ਰਹੇ ਨੇ। ਗਾਏ ਰਬਾਬੀ ਧੁਨ ਅਬਿਰਾਮੋ, ਮਹਾਰਾਜ ਜੀ ਦੇ ਰਬਾਬੀ ਕੀਰਤਨੀਏ ਬੜੀ ਮਿੱਠੀ ਧੁਨ ਦੇ ਵਿੱਚ ਗੁਰਬਾਣੀ ਦਾ ਕੀਰਤਨ ਗਾਇਨ ਕਰ ਰਹੇ ਹਨ। ਉਹ ਇੱਕ ਚਿਤ ਹੋਏ ਸ਼ਬਦ ਸੁਨਤ ਹੈ, ਬੜੇ ਪਿਆਰ ਨਾਲ ਕਈ ਗੁਰਸਿੱਖ ਇੱਕ ਮਨ ਇੱਕ ਚਿਤ ਹੋ ਕੇ ਸ਼ਬਦ ਸੁਣ ਰਹੇ ਨੇ। ਕੋ ਮਨ ਵਿਖੇ ਵਿਚਾਰ ਗੁਣ ਤੈ ਹੈ, ਕਈ ਸੁਣ ਰਹੇ ਨੇ, ਕਈ ਜੋ ਸ਼ਬਦ ਸੁਣ ਰਹੇ ਨੇ ਉਹ ਸ਼ਬਦ ਨੂੰ ਆਪਣੇ ਹਿਰਦੇ 'ਚ ਨਾਲ ਨਾਲ ਵਿਚਾਰ ਰਹੇ ਨੇ। ਜੋ ਕੀਰਤਨ ਵਿੱਚ ਰਾਗੀ ਸ਼ਬਦ ਗਾ ਰਹੇ ਨੇ ਉਸ ਸ਼ਬਦ ਨੂੰ ਸੁਣ ਕੇ ਆਪਣੇ ਹਿਰਦੇ ਵਿੱਚ ਵਿਚਾਰ ਰਹੇ ਨੇ ਵੀ ਗੁਰਬਾਣੀ ਕਿਹੜੇ ਅਣੀਆਂ ਵਾਲੇ ਤੀਰ ਚਲਾ ਰਹੀ ਹੈ, ਸਾਡੇ ਔਗਣ ਕੱਟ ਰਹੀ ਹੈ। ਜਥਾ ਸ਼ੰਭੂ ਮੁਨੀ ਗਨ ਕੇ ਮਾਈ, ਕਹਿੰਦੇ ਜਿਵੇਂ ਬੇਅੰਤ ਮੁਨੀਆਂ ਵਿੱਚ ਸ਼ੰਭੂ ਬੈਠੇ ਹੁੰਦੇ ਸ਼ਿਵ ਜੀ, ਪਾਵਨ ਸਭਾ ਸ਼ੁਭਤ ਹੈ ਤਾਈ। ਏਦਾਂ ਮਾਨੋ ਮੁਨੀਆਂ ਦੀ ਸਭਾ ਹੈ ਤੇ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਮੁਨੀਆਂ ਦੇ ਮੁਨੀਸ਼ਵਰ ਹੋ ਕੇ ਸ਼ੋਭਨੀਕ ਹੋ ਰਹੇ ਨੇ। ਪਿਖ ਪ੍ਰਤਾਪ ਨੈ ਹਿਰਦੈ ਸਹਾਰਾ, ਏਡਾ ਜਲਾਲ ਹੈ ਸਤਿਗੁਰਾਂ ਦੇ ਪ੍ਰਤਾਪ ਦਾ, ਮਹਾਰਾਜ ਜੀ ਦੇ ਦੀਵਾਨ ਦਾ। ਜਦੋਂ ਬਾਬਾ ਦਾਤੂ ਜੀ ਆਏ ਵੀ ਮੇਰੇ ਕੋਲ ਤਾਂ ਬੰਦਾ ਨਹੀਂ ਕੋਈ ਫਰਕ ਦਾ, ਇੱਥੇ ਤਿਲ ਸੁੱਟਣ ਨੂੰ ਥਾਂ ਨਹੀਂ, ਭਰੀ ਪਈ ਆ ਸਭਾ ਇਹਨਾਂ ਦੀ, ਨਮਸਕਾਰਾਂ ਹੋ ਰਹੀਆਂ ਨੇ, ਭੇਟਾਵਾਂ ਅਰਪਣ ਹੋ ਰਹੀਆਂ ਨੇ। ਬਾਬਾ ਦਾਤੂ ਜੀ ਨੇ ਜਦੋਂ ਗੁਰੂ ਸਾਹਿਬ ਦਾ ਪ੍ਰਤਾਪ ਵੇਖਿਆ ਉਹਨਾਂ ਕੋਲੋਂ ਨਹੀਂ ਜਰਿਆ ਗਿਆ, ਉਹਨਾਂ ਕੋਲੋਂ ਨਹੀਂ ਬਰਦਾਸ਼ਤ ਹੋਇਆ। ਭਇਓ ਕ੍ਰੋਧ ਤੇ ਛੋਬਤ ਭਾਰਾ, ਮਨ ਬੜਾ ਗੁੱਸੇ ਵਿੱਚ ਆਇਆ, ਇੱਕਦਮ ਪਹਿਲਾਂ ਹੀ ਗੁੱਸੇ ਵਿੱਚ ਸੀ ਘਰੋਂ, ਹੋਰ ਜ਼ਿਆਦਾ ਕ੍ਰੋਧ ਵਿੱਚ ਆ ਗਏ। ਅਪਰ ਕਛੂ ਤੈ ਹੋਏ ਨ ਸਕਈ, ਹੋਰ ਤਾਂ ਨਹੀਂ ਕੁਝ ਹੋ ਸਕਿਆ ਵੀ ਉੱਥੇ ਹੁਣ ਮੈਂ ਕੀ ਕਰਾਂ ਕੀ ਕਵਾਂ, ਹੋਰ ਨਹੀਂ ਕੁਝ ਕਰ ਸਕੇ। ਪਹੁੰਚ ਨਿਕਟ ਗੁਰ ਤਨ ਕੋ ਤਕਈ, ਮਹਾਰਾਜ ਜੀ ਦੇ ਕੋਲ ਸਿੱਧਾ ਚਲੇ ਗਏ, ਜਿੱਥੇ ਪਾਤਸ਼ਾਹ ਤਖਤ ਤੇ ਬੈਠੇ ਸੀ ਨਾ, ਸਿੱਧਾ ਮਹਾਰਾਜ ਜੀ ਦੇ ਕੋਲ ਆ ਗਏ। ਰਿਸ ਕਰ ਉਰ ਮੈਂ ਲਾਤ ਪ੍ਰਹਾਰੀ, ਸੰਗਤ ਬਹੁਤ ਜ਼ਿਆਦਾ ਸੀ, ਨਹੀਂ ਪਤਾ ਲੱਗਾ ਵੀ ਕੌਣ ਆਇਆ ਕੌਣ ਜਾ ਰਿਹਾ। ਗੁੱਸੇ ਵਿੱਚ ਆ ਕੇ ਬਾਬਾ ਦਾਤੂ ਜੀ ਨੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੀ ਛਾਤੀ ਵਿੱਚ ਲੱਤ ਮਾਰੀ। ਜਿਮ ਲక్ష్ਮੀ ਪਤੀ ਕੇ ਭ੍ਰਿਗੂ ਮਾਰੀ, ਇੱਕ ਭ੍ਰਿਗੂ ਰਿਸ਼ੀ ਜੀ ਹੋਏ, ਉਹਨਾਂ ਨੇ ਜਿਵੇਂ ਭਗਵਾਨ ਵਿਸ਼ਨੂੰ ਜੀ ਦੀ ਛਾਤੀ 'ਚ ਲੱਤ ਮਾਰੀ ਸੀ ਨਾ, ਕਹਿੰਦੇ ਇਦਾਂ ਬਾਬਾ ਦਾਤੂ ਜੀ ਨੇ ਆ ਕੇ ਗੁਰੂ ਅਮਰਦਾਸ ਸਾਹਿਬ ਜੀ ਦੀ ਛਾਤੀ 'ਚ ਲੱਤ ਮਾਰੀ ਤੇ ਛਾਤੀ ਤੋਂ ਥੱਲੜੇ ਪਾਸੇ ਜਿੱਥੇ ਪਸਲੀਆਂ ਹੁੰਦੀਆਂ ਵੱਖੀ ਵਾਲੇ ਸਥਾਨ ਤੋਂ ਉੱਪਰ, ਉੱਥੇ ਬਾਬੇ ਦਾਤੂ ਦਾ ਪੈਰ ਲੱਗਾ ਸਤਿਗੁਰਾਂ ਨੂੰ। ਔਰ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਸਿੰਘਾਸਨ ਤੇ ਗਿਰ ਕਰ ਪਰੇ, ਸਿੰਘਾਸਣ ਤੋਂ ਥੱਲੇ ਜ਼ਮੀਨ ਤੇ ਸਤਿਗੁਰੂ ਜੀ ਡਿੱਗ ਪਏ, ਕਿਉਂਕਿ ਬਿਰਧ ਸਨ। ਜਦੋਂ ਆ ਕੇ ਬੜੇ ਗੁੱਸੇ 'ਚ ਜ਼ੋਰ ਨਾਲ ਆ ਕੇ ਮਹਾਰਾਜ ਜੀ ਨੂੰ ਲੱਤ ਮਾਰੀ, ਇਦਾਂ ਕਹਿ ਲੋ ਵੀ ਠੁੱਡਾ ਮਾਰਿਆ, ਤੇ ਸਤਿਗੁਰੂ ਸੱਚੇ ਪਾਤਸ਼ਾਹ ਤਖਤ ਦੇ ਉੱਤੋਂ ਧੰਨ ਗੁਰੂ ਅਮਰਦਾਸ ਸਾਹਿਬ ਥੱਲੇ ਜ਼ਮੀਨ ਤੇ ਡਿੱਗ ਪਏ। ਬ੍ਰਿਧ ਸਰੀਰ
ਕੰਪ ਕੋਹ ਕਰੇ। ਸਰੀਰ ਬਿਰਧ ਸੀ, ਜਦੋਂ ਡਿੱਗੇ ਮਹਾਰਾਜ ਜੀ ਦਾ ਤਨ ਬਿਰਧ ਅਵਸਥਾ ਚ ਹੋਣ ਕਰਕੇ ਕੰਬ ਰਿਹਾ ਹੈ ਮਹਾਰਾਜ ਜੀ ਦਾ ਸਰੀਰ। ਬਿਰਧ ਹਾਲਤ ਸਰੀਰ ਬਿਰਧ ਜੋ ਹੈ, ਇਸ ਕਰਕੇ ਉੱਠਦੇ ਨੇ ਪਾਤਸ਼ਾਹ, ਉੱਠਦਿਆਂ ਤਨ ਥੋੜਾ ਜਿਹਾ ਉਹ ਕੰਬ ਰਿਹਾ ਹੈ। ਬਹੁਰ ਸੰਭਾਰ ਉਠੇ ਤਤਕਾਲਾ। ਫਿਰ ਵੀ ਜਿੰਨਾ ਕਾਹਲੀ ਕਰ ਸਕੇ ਮਹਾਰਾਜ ਕਾਹਲੀ ਨਾਲ ਉੱਠੇ, ਆਪਣੇ ਆਪ ਨੂੰ ਸੰਭਾਲਿਆ। ਗਹਿ ਦਾਤੂ ਕੇ ਚਰਨ ਕਿਰਪਾਲਾ। ਸਤਨਾਮ ਸ੍ਰੀ ਵਾਹਿਗੁਰੂ। ਬਾਬਾ ਦਾਤੂ ਜੀ ਦਾ ਚਰਨ ਫੜ ਲਿਆ ਮਹਾਰਾਜ ਗੁਰੂ ਅਮਰਦਾਸ ਸਾਹਿਬ ਨੇ। ਚਰਨ ਪਕੜ ਕੇ ਬੜੇ ਪਿਆਰ ਨਾਲ ਕਰ ਕਮਲਨ ਸੋ ਮਰਦਨ ਕਰੇ। ਆਪਣੇ ਹੱਥਾਂ ਨਾਲ ਨਾ ਸਤਿਗੁਰੂ ਜੀ ਬਾਬਾ ਦਾਤੂ ਜੀ ਦਾ ਚਰਨ ਏਦਾਂ ਨਾ ਝਸਣ ਲੱਗ ਪਏ। ਆਪਣੇ ਕਰ ਕਮਲਾਂ ਨਾਲ ਬਾਬਾ ਦਾਤੂ ਜੀ ਦਾ ਚਰਨ ਝਸਦੇ ਹਨ। ਬਿਨਤੀ ਸਹਿਤ ਸੁਬਾਕ ਉਚਰੇ। ਔਰ ਬੇਨਤੀ ਕਰਦਿਆਂ ਆਪਣੇ ਮੁਖੋਂ ਬੋਲੇ, ਇਕ ਤੋ ਸੇਵਾ ਕਰਤ ਰਿਓ ਹੋ। ਚਰਨ ਫੜ ਕੇ ਨਾ ਨਾਲੇ ਚਰਨ ਝਸੀ ਜਾਂਦੇ, ਥੱਲੇ ਬਹਿ ਗਏ ਪੁੰਜਿਆਂ। ਬਾਬਾ ਦਾਤੂ ਜੀ ਤਖਤ ਤੇ ਆ ਕੇ ਬਹਿ ਗਏ ਨੇ ਤੇ ਮਹਾਰਾਜ ਜੀ ਥੱਲੇ ਪੁੰਜਿਆਂ ਚਰਨ ਫੜ ਲਿਆ, ਨਾਲੇ ਚਰਨ ਝਸੀ ਜਾਂਦੇ ਤੇ ਕਹਿੰਦੇ, ਬਾਬਾ ਜੀ ਇੱਕ ਤੋ ਸੇਵਾ ਕਰਤ ਰਹਿਓ ਹੋ। ਕਹਿੰਦੇ ਇੱਕ ਤਾਂ ਇਸ ਸਰੀਰ ਨਾਲ ਮੈਂ ਬੜੀ ਘਾਲਣਾ ਘਾਲੀ ਹੈ, ਇਹਦੇ ਨਾਲ ਕੰਮ ਬੜਾ ਲਿਆ, ਸੇਵਾ ਬੜੀ ਕੀਤੀ ਇਸ ਸਰੀਰ ਨਾਲ। ਦੁਤੀਏ ਬੈਤੇ ਬ੍ਰਿਧ ਪਇਓ ਹੋ। ਦੂਜਾ ਉਮਰ ਵਡੇਰੀ ਹੋ ਗਈ ਹੈ, ਬਿਰਧ ਅਵਸਥਾ ਹੋ ਗਈ ਹੈ। ਜਾਂ ਤੇ ਅਧਿਕ ਸਰੀਰ ਕਠੋਰਾ। ਇਸ ਕਰਕੇ ਸਰੀਰ ਬੜਾ ਮਜ਼ਬੂਤ ਹੈ। ਹੱਡੀਆਂ ਜਿਹੜੀਆਂ ਨੇ ਬਾਬਾ ਦਾਤੂ ਜੀ ਇਹ ਬੜੀਆਂ ਕਠੋਰ ਤੇ ਕਰੜੀਆਂ ਨੇ। ਤੁਮਰੋ ਚਰਨ ਮ੍ਰਿਦੁਲ ਨੇ ਥੋਰਾ। ਬਾਬਾ ਜੀ ਤੁਹਾਡੇ ਚਰਨ ਹਮੇਸ਼ਾ ਮਖਮਲੀ ਵਿਛੋਣਿਆਂ ਤੇ ਰਹਿਣ ਵਾਲੇ, ਤੁਸੀਂ ਮੇਰੇ ਸਾਹਿਬ ਦੇ ਸਾਹਿਬਜ਼ਾਦੇ ਹੋ। ਤੁਹਾਡੇ ਚਰਨ ਬੜੇ ਹੀ ਕੋਮਲ ਹਨ, ਬੜੇ ਹੀ ਕੂਲੇ ਹਨ। ਹੋਏ ਗੋ ਕਸ਼ਟ ਮਹਾਨਾ। ਆਪ ਜੀ ਦਾ ਚਰਨ ਇਹਨਾਂ ਹੱਡੀਆਂ 'ਚ ਵੱਜ ਕੇ ਆਪ ਜੀ ਦੇ ਚਰਨ ਨੂੰ ਤਕਲੀਫ ਹੋਈ ਹੋਵੇਗੀ, ਇਹਦੇ 'ਚ ਦਰਦ ਹੋਈ ਹੋਵੇਗੀ। ਛਿਮੋ ਪਇਓ ਅਪਰਾਧ ਅਜਾਨਾ। क्षमा कर दियो, मेरे कोलों अनजान पुणे च अपराध हो गया। धन गुरु अमरदास साहब। ਮਾਣ ਹੁੰਦਿਆਂ ਨਿਮਾਣੇ ਕਿਵੇਂ ਰਹੀਦਾ ਹੈ, ਤਾਣ ਹੁੰਦਿਆਂ ਨਿਤਾਣੇ ਕਿਵੇਂ ਰਹੀਦਾ ਹੈ। ਦੁਨੀਆ ਦੇ ਲੋਕਾਂ ਨੂੰ ਪ੍ਰਗਟ ਕਰਕੇ ਵਿਖਾ ਰਹੇ ਨੇ ਬਚਨ ਗੁਰੂ ਅਮਰਦਾਸ ਸਾਹਿਬ। ਤਾਣ ਹੁੰਦੇ ਹੋਏ ਨਿਤਾਣਾ, ਇੰਨਾ ਬਲ ਹੈ ਅੱਖ ਦੇ ਫੋਰ 'ਚ ਸਭ ਕੁਝ ਸਮਾਪਤ ਕਰ ਸਕਦੇ ਹਨ। ਇੰਨਾ ਤਾਣ ਹੋਣ ਦੇ ਬਾਵਜੂਦ ਨਿਤਾਣੇ ਬਣੇ। ਕਹਿੰਦੇ ਤੁਹਾਡਾ ਚਰਨ ਕੋਮਲ ਹੈ, ਇਹਨਾਂ ਸਰੀਰ ਦੀਆਂ ਹੱਡੀਆਂ 'ਚ ਵੱਜ ਕੇ ਇਹਦੇ 'ਚ ਦਰਦ ਹੋਈ ਹੋਵੇਗੀ। ਬਾਬਾ ਜੀ क्षमा कर दियो, मेरे कोलों अनजान पुणे 'ਚ अपराध होया है। श्री गुर के सुत हो बड़ भागे। ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਵੱਡਿਆਂ ਭਾਗਾਂ ਵਾਲੇ ਸੁਪੁੱਤਰ ਹੋ। ਮਮ ਹਿਤ ਕਰ ਇਤਨੋ ਦੁਖ ਲਾਗੇ। ਤੁਹਾਨੂੰ ਮੇਰੇ ਕਰਕੇ ਇੰਨਾ ਦੁੱਖ ਲੱਗਾ ਹੈ, ਮੇਰੇ ਸਾਹਿਬ ਦੇ ਸਾਹਿਬਜ਼ਾਦੇ ਨੂੰ ਮੇਰੇ ਕਰਕੇ ਇਤਨਾ ਦੁੱਖ ਲੱਗਾ ਹੈ। ਤੁਮਕੋ ਦੇਖ ਨ ਅਗਰ ਖਰੋਵਾ। ਚੰਗਾ ਕੀਤਾ ਜੇ ਤੁਸੀਂ ਆ ਕੁਝ ਕਰਕੇ। ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਚੰਗਾ ਕੀਤਾ ਜੇ ਤੁਸੀਂ ਆ ਕੁਝ ਕਰਕੇ। ਤੁਹਾਨੂੰ ਆਉਂਦਿਆਂ ਵੇਖ ਕੇ ਮੈਂ ਅੱਗੋਂ ਉੱਠਿਆ ਨਹੀਂ ਤੁਹਾਡਾ ਸਤਿਕਾਰ ਕਰਨ ਲਈ। ਹਾਂਜੀ, ਹੋ ਤੋ ਮਾਨ ਮਮ ਸੋ ਤੁਮ ਖੋਆ। ਮੇਰੇ ਅੰਦਰ ਮਾਣ ਸੀ, ਮੈਂ ਤੁਹਾਡਾ ਉੱਠ ਕੇ ਸਤਿਕਾਰ ਨਹੀਂ ਕੀਤਾ। ਬਾਬਾ ਦਾਤੂ ਜੀ ਤੁਸੀਂ ਮੇਰਾ ਮਾਣ ਦੂਰ ਕੀਤਾ ਇਹ ਕਿਰਤ ਕਰਕੇ। ਤੁਸੀਂ ਮੇਰਾ ਮਾਣ ਉਹ ਦੂਰ ਕੀਤਾ ਹੈ ਇਸ ਕਿਰਤ ਨੂੰ ਕਰਕੇ। ਤਾੜਨ ਉਚਿਤ ਜਾਨ ਕਰ ਮਾਰਿਓ। ਮੈਂ ਤਾੜਨਾ ਦੇ ਯੋਗ ਸੀ, ਤੁਸੀਂ ਇਹ ਯੋਗ ਤਾੜਨਾ ਦੇ ਜਾਣ ਕੇ ਮੈਨੂੰ ਏਦਾਂ ਮਾਰਿਆ ਹੈ। ਭਲੋ ਕਰਿਓ ਨਿਜ ਦਾਸ ਨਿਹਾਰਿਓ। ਕਹਿਣ ਲੱਗੇ ਬਾਬਾ ਦਾਤੂ ਜੀ ਤੁਸੀਂ ਬੜਾ ਭਲਾ ਕੀਤਾ, ਤੁਸੀਂ ਮੈਨੂੰ ਆਪਣਾ ਦਾਸ ਜਾਣ ਕੇ ਤਾੜਨਾ ਕੀਤੀ ਹੈ, ਤੁਸੀਂ ਬੜਾ ਹੀ ਭਲਾ ਕੀਤਾ ਹੈ। ਸੇਵਾ ਆਪਣੀ ਮੋਹਿ ਬਤਾਵੋ।
ਹੁਕਮ ਕਰੋ ਬਾਬਾ ਜੀ, ਮੈਂ ਕੀ ਸੇਵਾ ਕਰਾਂ ਤੁਹਾਡੀ। ਧੰਨ ਗੁਰੂ ਅਮਰਦਾਸ ਸਾਹਿਬ। ਬਾਬਾ ਦਾਤੂ ਜੀ ਆਗਿਆ ਕਰੋ, ਹੁਕਮ ਕਰੋ, ਮੈਂ ਤੁਹਾਡੀ ਕੀ ਸੇਵਾ ਕਰਾਂ। ਕਰੋ ਸੋ ਤਤ ਛਿਨ ਰੋਸੇ ਹਟਾਵੋ। ਕਰੋ ਮੈਂ ਉਸੇ ਵੇਲੇ ਤਤ ਛਿਨੂ ਸੇਵਾ ਕਰਾਂ ਤਾਂ ਜੋ ਤੁਹਾਡਾ ਇਹ ਗੁੱਸਾ ਸ਼ਾਂਤ ਹੋ ਜਾਵੇ। ਸੁਨ ਦਾਤੂ ਕਰ ਕ੍ਰੋਧੇ ਉਚਾਰਿਓ। ਬਾਬਾ ਦਾਤੂ ਜੀ ਬੜੇ ਗੁੱਸੇ ਵਿੱਚ ਸਨ, ਕ੍ਰੋਧ ਵਿੱਚ ਆ ਕੇ ਬੋਲੇ। ਏਕੈ ਸੋ ਤੈ ਡਿੰਬ ਪਸਾਰਿਓ। ਕਹਿਣ ਲੱਗੇ ਆ ਤੂੰ ਕੀ ਪਖੰਡ ਖਿਲਾਰਿਆ ਹੋਇਆ। ਸਤਿਗੁਰਾਂ ਨੂੰ ਕਹਿੰਦੇ ਬਾਬਾ ਦਾਤੂ ਜੀ ਆ ਤੁਸੀਂ ਕੀ ਪਖੰਡ ਕਰ ਰਹੇ ਹੋ। ਗੁਰਤਾ ਗਾਦੀ ਹੈ ਹਮ ਪਾਈ। ਗੁਰਤਾ ਗੱਦੀ ਤਾਂ ਮੇਰੇ ਕੋਲ ਆ, ਤੁਸੀਂ ਕਿਵੇਂ ਗੁਰੂ ਬਣ ਕੇ ਆਪਣੀ ਪੂਜਾ ਕਰਾ ਰਹੇ ਹੋ। ਬਾਬਾ ਦਾਤੂ ਜੀ ਕਹਿੰਦੇ ਗੁਰਿਆਈ ਤਾਂ ਮੇਰੇ ਪਾਸ ਹੈ, ਗੁਰਗੱਦੀ ਤਾਂ ਮੇਰੇ ਕੋਲ ਹੈ, ਤੁਸੀਂ ਏਦਾਂ ਕਿਵੇਂ ਪਖੰਡ ਪਸਾਰਿਆ ਹੋਇਆ। ਤੈਂ ਬਾਂਦੀ ਸਿਰ ਪਾਗ ਸੁਨਾਈ। ਪਿਤਾ ਜੀ ਦੀ ਜਿਹੜੀ ਦਸਤਾਰ ਹੈ ਉਹ ਤੁਹਾਡੇ ਸਿਰ ਤੇ ਨਹੀਂ ਸੀ ਬੰਨੀ, ਉਹ ਤਾਂ ਮੇਰੇ ਸਿਰ ਤੇ ਸਜਾਈ ਗਈ ਸੀ, ਉਹ ਤਾਂ ਮੈਂ ਬੰਨੀ ਸੀ। ਸਭ ਨੇ ਮੁਝ ਕੋ ਪਾਗ ਬੰਧਾਈ। ਉਦੋਂ ਸਾਰਿਆਂ ਨੇ ਉਹ ਪੱਗ ਮੈਨੂੰ ਬਣਾਈ ਸੀ, ਸਾਰਿਆਂ ਨੇ ਵੇਖਿਆ, ਤੁਹਾਨੂੰ ਤਾਂ ਨਹੀਂ ਸੀ ਬੰਨੀ ਉਹ ਪੱਗ। ਜੋ ਪਿਤਾ ਜੀ ਦੀ ਦਸਤਾਰ ਸੀ ਉਹ ਮੇਰੇ ਸਿਰ ਤੇ ਸਜਾਈ ਗਈ ਸੀ। ਤੈਂ ਕੈਸੇ ਕਰ ਆਪ ਪੁਜਾਈ। ਇਸ ਕਰਕੇ ਗੁਰੂ ਤਾਂ ਮੈਂ ਹਾਂ, ਤੁਸੀਂ ਕਿਵੇਂ ਆਪਣੀ ਪੂਜਾ ਕਰਾ ਰਹੇ ਹੋ ਇੱਥੇ ਗੁਰੂ ਬਣ ਕੇ। ਇਹ ਤੁਹਾਡਾ ਪਖੰਡ ਹੈ। ਗੁਰੂ ਪਇਓ ਤੂੰ ਆਪੇ ਆਪ। ਤੁਸੀਂ ਆਪੇ ਹੀ ਗੁਰੂ ਬਣ ਗਏ, ਤੁਹਾਨੂੰ ਕਿਹਨੇ ਬਣਾਇਆ ਗੁਰੂ। ਪੱਗ ਮੇਰੇ ਸਿਰ ਤੇ ਮੈਂ ਬੱਧੀ ਸੀ, ਸੰਗਤ ਨੇ ਮੈਨੂੰ ਬਣਾਈ ਸੀ, ਗੁਰੂ ਮੈਂ, ਤੁਸੀਂ ਆਪਣੇ ਆਪ ਕਿਵੇਂ ਗੁਰੂ ਹੋ ਗਏ। ਹਮੇ ਦੇਖ ਲਾਗਤ ਸੰਤਾਪ। ਤੁਹਾਨੂੰ ਏਦਾਂ ਗੁਰੂ ਬਣਿਆ ਬੈਠਾ ਵੇਖ ਕੇ ਮੈਨੂੰ ਦੁੱਖ ਲੱਗਦਾ, ਮੈਂ ਦੁਖੀ ਹੁੰਦਾ ਹਾਂ। ਇਹ ਪਖੰਡ ਨੇ ਮੋਏ ਸੁਹਾਵੇ। ਤੁਹਾਡਾ ਇਹ ਪਖੰਡ ਮੈਨੂੰ ਨਹੀਂ ਜੇ ਚੰਗਾ ਲੱਗਦਾ, ਮੈਨੂੰ ਨਹੀਂ ਜੇ ਸੁਹਾਵਦਾ। ਇੱਕ ਸੰਗਤ ਆਵੇ ਇੱਕ ਜਾਵੇ। ਆ ਵੇਖੋ ਕਿਵੇਂ ਤੁਹਾਡੀ ਪੂਜਾ ਹੋ ਰਹੀ ਹੈ। ਸੰਗਤਾਂ ਇੱਕ ਆ ਰਹੀਆਂ ਨੇ ਤੁਹਾਡੇ ਕੋਲ, ਇੱਕ ਜਾ ਰਹੀਆਂ ਹਨ। ਅਤ ਸੂਦੇ ਥੇ ਪਿਤਾ ਹਮਾਰੇ। ਫਿਰ ਵੇਖੋ ਬਾਬਾ ਦਾਤੂ ਜੀ ਵੀ ਕਹਿਣ ਲੱਗ ਪਏ, ਕਹਿੰਦੇ ਸਾਡੇ ਪਿਤਾ ਜੀ ਤਾਂ ਬੜੇ ਸੂਧੇ ਸੁਭਾਅ ਦੇ ਮਾਲਕ ਸੀ, ਉਹ ਬਿਲਕੁਲ ਭੋਲੇ ਭਾਲੇ ਸਨ। ਕਰੀ ਸੇਵ ਤਿਨ ਕੀ ਛਲ ਧਾਰੇ। ਔਰ ਤੁਸੀਂ ਆ ਕੇ ਛਲ ਕਪਟ ਕਰਕੇ ਉਹਨਾਂ ਦੀ ਸੇਵਾ ਕੀਤੀ, ਛਲੀਏ ਬਣ ਕੇ ਉਹਨਾਂ ਨੂੰ ਛਲਿਆ। ਝੂਠ ਸਾਚ ਤਿਨ ਤੇ ਕਹਿਵਾਏ। ਪਤਾ ਨਹੀਂ ਕਿਵੇਂ ਝੂਠਾ ਸੱਚਾ ਉਹਨਾਂ ਕੋਲੋਂ ਕਹਾ ਲਿਆ। ਬਨ ਬੈਠੇ ਹੋ ਗੁਰ ਗਰਭ ਵਢਾਏ। ਔਰ ਇੱਥੇ ਆ ਕੇ ਗੁਰੂ ਬਣ ਕੇ ਬਹਿ ਗਏ ਹੋ ਔਰ ਹੰਕਾਰ ਵਿੱਚ ਐਂਠੇ ਬੈਠੇ ਹੋ। ਇਸ ਥਲ ਤੇ ਉੱਠ ਕਰ ਚੱਲ ਜਈਐ। ਇਸ ਜਗ੍ਹਾ ਤੋਂ, ਇਸ ਨਗਰ ਤੋਂ ਉੱਠ ਕੇ ਇੱਥੋਂ ਚਲੇ ਜਾਓ। ਬੋਰ ਨ ਬੈਠੋ ਦੰਬ ਕਮਈਐ। ਮੁੜ ਕੇ ਏਦਾਂ ਨਹੀਂ ਬੈਠਣਾ, ਤੁਸੀਂ ਗੱਦੀ ਤੇ ਬੈਠ ਕੇ ਪਖੰਡ ਨਹੀਂ ਕਮਾਉਣਾ। ਪਿਤਾ ਹਮਾਰੇ ਕਹਿ ਤੁਜ ਤਾਈ। ਮੇਰੇ ਪਿਤਾ ਜੀ ਨੇ ਤੁਹਾਨੂੰ ਕਹਿ ਕਰਕੇ ਨਗਰੀ ਗੋਇੰਦਵਾਲ ਬਸਾਈ। ਇਹ ਗੋਇੰਦਵਾਲ ਸਾਹਿਬ ਨਗਰ ਵਸਾਇਆ ਸੀ। ਬੈਠਿਓ ਮਾਲਿਕ ਤਿਸ ਕੋ ਹੋਏ। ਤੇ ਤੁਸੀਂ ਇਹਦੇ ਮਾਲਕ ਬਣ ਕੇ ਬਹਿ ਗਏ ਹੋ। ਤੁਹਾਨੂੰ ਇੱਥੇ ਕਰਿੰਦਾ ਬਣਾ ਕੇ ਭੇਜਿਆ ਸੀ ਉਹਨਾਂ ਨੇ ਵਸਾਉਣ ਲਈ ਨਗਰ, ਤੁਸੀਂ ਮਾਲਕ ਨਹੀਂ ਸੀ ਇਸ ਨਗਰ ਦੇ, ਤੇ ਤੁਸੀਂ ਇਸ ਨਗਰ ਦੇ ਆ ਕੇ ਮਾਲਕ ਬਣ ਬੈਠੇ ਹੋ। ਹਮ ਕੋ ਨੇ ਜਾਣਿਓ ਕਿਤ ਕੋਏ। ਤੇ ਸਾਨੂੰ ਤਾਂ ਜਾਣਿਆ ਹੀ ਨਹੀਂ ਕਿਸੇ ਨੇ ਮੁੜ ਕੇ, ਸਾਡੀ ਤਾਂ ਕਿਸੇ ਨੇ ਮੁੜ ਕੇ ਬਾਤ ਵੀ ਨਹੀਂ ਪੁੱਛੀ। ਅਬ ਸੇਵਾ ਕਛ ਨਹੀਂ ਹਮਾਰੀ। ਕੋਈ ਸੇਵਾ ਨਹੀਂ ਮੈਂ ਕਰਾਉਣੀ ਤੁਹਾਡੇ ਕੋਲੋਂ। ਮਹਾਰਾਜ ਜੀ ਨੇ ਕਿਹਾ ਨਾ ਵੀ ਦੱਸੋ ਜੀ ਕੋਈ ਸੇਵਾ। ਮਹਾਰਾਜ ਕਹਿੰਦੇ ਕੋਈ ਸੇਵਾ ਦੀ ਲੋੜ ਨਹੀਂ, ਪਹਿਲਾਂ ਸਾਡੇ ਪਿਤਾ ਦੀ ਬਥੇਰੀ ਕਰ ਲਈ ਸੇਵਾ, ਤੁਸੀਂ ਛਲ ਬਲ ਕਰਕੇ ਲੈ ਗਏ ਉਹ ਸਭ ਕੁਝ। ਕਹਿੰਦੇ ਹੁਣ ਨਹੀਂ ਕੋਈ ਅਸੀਂ ਸੇਵਾ ਕਰਾਉਣੀ। ਉਠ ਗਮਨੋ ਤੂਰਨ ਤਾ ਧਾਰੀ। ਜਿੰਨਾ ਛੇਤੀ ਹੋ ਸਕੇ ਇਸ ਨਗਰ ਨੂੰ ਛੱਡ ਕੇ ਛੇਤੀ ਨਾਲ ਚਲੇ ਜਾਓ। ਸੁਨ ਕਰ ਸਭਾ ਨ ਬੋਲ ਸਕੇ ਹੈ। ਹੁਣ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਚਰਨ ਫੜ ਲਿਆ ਬਾਬਾ ਦਾਤੂ ਜੀ ਦਾ, ਫਿਰ ਸੰਗਤ ਕਿਵੇਂ ਬੋਲਦੀ। ਜਿੰਨੀ ਸੰਗਤ ਬੈਠੀ ਸੀ ਸਾਰੇ ਚੁੱਪ, ਹੱਕੇ ਬੱਕੇ
ਅਸਚਰਜ ਹੈਰਾਨ ਵੀ ਇਹ ਕੀ ਭਾਣਾ ਵਰਤ ਗਿਆ। ਇੱਕਦਮ ਗੁਰਸਿੱਖ ਹੈਰਾਨ ਹਨ। ਕਰਤ ਢੀਠਤਾ ਬਦਨ ਤਕੇ ਹੈ। ਔਰ ਬਾਬੇ ਦਾਤੂ ਦੀ ਢੀਠਤਾ ਹੀ ਵੇਖ ਰਹੇ ਨੇ ਸਾਰੇ, ਇਹਦੇ ਮੂੰਹ ਵੱਲ ਵੇਖ ਰਹੇ ਨੇ ਸਾਰੇ। ਗੁਰ ਕੋ ਡਰ ਤਰ ਬੈਠ ਰਹੇ ਹੈ। ਗੁਰੂ ਸਾਹਿਬ ਦਾ ਭੈ ਹੋਣ ਕਰਕੇ ਸਭ ਬੈਠੇ ਨੇ, ਨਹੀਂ ਤਾਂ ਰੋਸ ਬੜਾ ਆ ਗਿਆ ਕਈ ਸਿੱਖਾਂ ਦੇ ਮਨਾਂ 'ਚ, ਉਹ ਗੁੱਸਾ ਵੀ ਆਇਆ, ਪਰ ਸਾਰੇ ਗੁਰੂ ਸਾਹਿਬ ਦਾ ਭੈ ਕਰਕੇ ਕਿ ਕਿਉਂਕਿ ਸਤਿਗੁਰੂ ਜੀ ਨੇ ਤਾਂ ਚਰਨ ਹੀ ਫੜ ਲਿਆ ਨਾ। ਆਖਿਆ ਬਾਬਾ ਜੀ ਭਲਾ ਕੀਤਾ ਜੇ ਆਪ ਜੀ ਨੇ ਇਹ ਕੰਮ ਕਰਕੇ, ਤੂੰ ਸੰਗਤ ਕਿਵੇਂ ਬੋਲਦੀ। ਗੁਰੂ ਸਾਹਿਬ ਦੇ ਭੈ ਕਰਕੇ ਸਭ ਬੈਠੇ ਹਨ। ਭਲੇ ਬੁਰੇ ਕਿਸ ਹੋਨੇ ਕਹੇ ਹੈ। ਕਿਸੇ ਨੇ ਨਾ ਭਲਾ ਕਿਹਾ ਨਾ ਬੁਰਾ ਕਿਹਾ। ਬਿਸਮਤ ਪਿਖ ਗੁਰ ਗੌਰਵਤਾਈ। ਹੈਰਾਨ ਹੋ ਰਹੇ ਨੇ ਗੁਰੂ ਸਾਹਿਬ ਦੀ ਵਡਿਆਈ ਵੇਖ ਕੇ ਵੀ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਇੱਥੇ ਨਿਮਰਤਾ ਸ਼ਬਦ ਵਰਤਣਾ ਵੀ ਤੁੱਛ ਜਿਹਾ ਪ੍ਰਤੀਤ ਹੁੰਦਾ, ਵੀ ਇੰਨੀ ਨਿਮਰਤਾ, ਵੀ ਨਿਮਰਤਾ ਦੀ ਕੋਈ ਹੱਦ ਹੁੰਦੀ ਹੋਵੇ। ਕਹਿੰਦੇ ਇੱਥੇ ਤਾਂ ਹੱਦ ਹੀ ਨਹੀਂ ਰਹੀ, ਇਤਨੇ ਨਿਰਮਾਣ ਹੋ ਗਏ ਨੇ ਗੁਰੂ ਅਮਰਦਾਸ ਸਾਹਿਬ। ਨਿਰਮਾਣਤਾ ਦੀ ਹੱਦ ਨਹੀਂ ਰਹੀ। ਸਭ ਵੇਖ ਕੇ ਗੁਰੂ ਸਾਹਿਬ ਦੀ ਗੌਰਵਤਾਈ। ਇਹਦੇ ਵਿੱਚ ਇਹ ਨਹੀਂ ਵੀ ਗੁਰੂ ਸਾਹਿਬ ਦਾ ਕੋਈ ਪ੍ਰਤਾਪ ਘਟਿਆ, ਕਿਉਂਕਿ ਇੱਥੇ ਸਿਧਾਂਤ ਹੈ ਨਿਵੇਂ ਸੋ ਗੌਰਾ ਹੋਏ। ਜਿਹੜਾ ਨਿਵ ਜਾਂਦਾ ਉਹੀ ਭਾਰਾ ਹੈ। ਹੋਰੇ ਪੁਰਖਨ ਕੀ ਹਰਵਾਈ। ਤੇ ਹੌਲੇ ਪੁਰਖਾਂ ਦਾ ਹੌਲਾਪਨ ਉਹ ਨਜ਼ਰ ਆ ਰਿਹਾ, ਓਛਿਆਂ ਦਾ ਓਛਾਪਨ ਦਿਸ ਰਿਹਾ ਹੈ। ਤਬ ਲੋ ਪਸ਼ਚਮ ਰਵ ਅਸਤਾਇਓ। ਇੰਨੇ ਨੂੰ ਸ਼ਾਮ ਦਾ ਵੇਲਾ ਸੀ, ਪੱਛਮ ਦਿਸ਼ਾ ਨੂੰ ਸੂਰਜ ਛੁਪ ਗਿਆ। ਸੰਧਿਆ ਪਈ ਤਿਮਰ ਗਨ ਛਾਇਓ। ਸੰਧਿਆ ਦਾ ਵੇਲਾ ਹੋ ਗਿਆ, ਹਨੇਰਾ ਛਾ ਗਿਆ। ਸਭ ਉਠ ਉਠ ਆਪਣੇ ਅਸਥਾਨਾ। ਸਭ ਉੱਠ ਕੇ ਆਪੋ ਆਪਣੇ ਥਾਂ ਨੂੰ ਚਲੇ ਗਏ। ਮਤ ਬਿਸਮਤ ਹੋਏ ਕੀਨ ਪਿਆਨਾ। ਸਭ ਮਤ ਵਿੱਚ ਬਿਸਮਾਦ ਨੇ, ਹੈਰਾਨ ਨੇ, ਸਮਝ ਨਹੀਂ ਪਿਆ ਆਉਂਦਾ ਵੀ ਇਹ ਕੀ ਹੋ ਰਿਹਾ ਹੈ। ਸ਼੍ਰੀ ਗੁਰੂ ਆਪਣੇ ਸੋਵਨ ਥਾਨ। ਜਦੋਂ ਰਾਤ ਜੀ ਪੈ ਗਈ, ਧੰਨ ਗੁਰੂ ਅਮਰਦਾਸ ਸਾਹਿਬ ਜੀ ਆਪਣੇ ਸੁਖਾਸਣਾ ਵਿੱਚ ਆਏ। ਜਾਏ ਬਿਰਾਜੇ ਕਿਰਪਾ ਨਿਧਾਨ। ਕਿਰਪਾ ਨਿਧਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾ ਕੇ ਆਪਣੇ ਸਥਾਨ ਤੇ ਬਿਰਾਜ ਗਏ। ਦਾਤੂ ਰਿਓ ਤਿਸੀ ਥਲ ਮਾਏ। ਬਾਬੇ ਦਾਤੂ ਨੇ ਉੱਥੇ ਹੀ ਪੜਾ ਰੱਖਿਆ ਜਿੱਥੇ ਦੀਵਾਨ ਸੀ, ਉੱਥੇ ਹੀ ਤੰਬੂ ਕਨਾਤਾਂ ਲੱਗੀਆਂ, ਉੱਥੇ ਹੀ ਉਹਨਾਂ ਨੇ ਆਪਣਾ ਆਸਣ ਰੱਖਿਆ। ਕੁਛ ਸੇਵਕ ਜੈ ਸੰਗੀ ਆਏ। ਬਾਬਾ ਦਾਤੂ ਜੀ ਕੁਝ ਕੁ ਸਿੱਖ ਸੇਵਕ ਆਪਣੇ ਨਾਲ ਸੰਗੀ ਨੌਕਰ ਚਾਕਰ ਲਿਆਏ ਸਨ, ਉਹ ਨਾਲ ਹੀ ਨੇ। ਇਧਰ ਰਾਤ ਦਾ ਸਮਾਂ ਹੋਇਆ, ਧੰਨ ਗੁਰੂ ਅਮਰਦਾਸ ਸਾਹਿਬ ਪੈਰਾਂ 'ਚ ਜੋੜਾ ਨਹੀਂ ਪਾਇਆ ਮੇਰੇ ਸਾਹਿਬ ਨੇ। ਆਖਿਆ ਜੇ ਸਾਡੇ ਨਗਰ ਤਿਆਗਣ ਨਾਲ ਹੀ ਬਾਬਾ ਦਾਤੂ ਜੀ ਦਾ ਮਨ ਪ੍ਰਸੰਨ ਹੁੰਦਾ, ਮੇਰੇ ਸਾਹਿਬ ਦੇ ਸਾਹਿਬਜ਼ਾਦੇ ਦਾ ਮਨ ਪ੍ਰਸੰਨ ਹੁੰਦਾ, ਤਾਂ ਅਸੀਂ ਛੱਡ ਕੇ ਚਲੇ ਜਾਂਦੇ ਹਾਂ। ਅੱਧੀ ਰਾਤ ਦੇ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਗੋਇੰਦਵਾਲ ਸਾਹਿਬ ਨਗਰ ਛੱਡ ਕੇ ਚਲੇ ਗਏ। ਬਾਸਰ ਕੇ ਗ੍ਰਾਮ ਦੇ ਨੇੜੇ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸੰਨ ਸਾਹਿਬ ਹੈ, ਉੱਥੇ ਬਾਦਸ਼ਾਹ ਆਣ ਬਿਰਾਜੇ। ਗੁਰਦੁਆਰਾ ਸੰਨ ਸਾਹਿਬ ਦਾ ਇਤਿਹਾਸ ਉਹ ਅੱਗੇ ਕਥਾ 'ਚ ਆਰੰਭ ਹੋਵੇਗਾ, ਆਪ ਜੀ ਸਰਵਣ ਕਰੋਗੇ। ਗੁਰੂ ਸਾਹਿਬ ਦਾ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਸਾਧ ਸੰਗਤ ਜੀ ਬੇਨਤੀ ਹੈ, ਪਰਸੋਂ 24 ਤਰੀਕ ਨੂੰ ਗੁਰਦੁਆਰਾ ਘੋੜਿਆਂ ਵਾਲਾ ਨਾਭਾ ਡੇਰਾ ਬਾਬਾ ਅਜਾਪਾਲ ਸਿੰਘ ਜੀ ਰਾਤ ਨੂੰ 6 ਤੋਂ 9 ਵਜੇ ਤੱਕ ਇੱਕ ਮਹਾਨ ਗੁਰਮਤਿ ਸਮਾਗਮ ਹੋ ਰਹੇ ਨੇ। ਸਾਕਾ ਪੰਜਾ ਸਾਹਿਬ ਔਰ ਗੁਰੂ ਕੇ ਬਾਗ ਦੇ ਮੋਰਚੇ ਦੇ 100 ਸਾਲਾ ਸ਼ਤਾਬਦੀ ਸਮਾਗਮ ਨੂੰ ਸਮਰਪਿਤ ਸਮਾਗਮ ਹੋ ਰਹੇ ਨੇ। ਆਪ ਜੀ ਨੇ ਹਾਜ਼ਰੀਆਂ ਭਰ ਕੇ ਇਹਨਾਂ ਸਮਾਗਮਾਂ ਵਿੱਚ ਗੁਰੂ ਦਾ ਸਰਵਣ ਕਰਨਾ। ਦੂਸਰੀ ਬੇਨਤੀ ਹੈ ਕਿ ਕੱਲ ਦੁਪਹਿਰ ਤੋਂ 23, 24 ਤੇ 25 3 ਦਿਨਾਂ ਦੇ ਸਮਾਗਮ, ਸਰਮਹਿੰਦ ਸਾਲਾਨਾ ਸਮਾਗਮ ਜੋ ਪੂਰੇ ਵਿਸ਼ਵ ਭਰ ਦੀਆਂ ਸ੍ਰੀ ਸੁਖਮਣੀ ਸਾਹਿਬ ਸੇਵਾ ਸੁਸਾਇਟੀਆਂ ਵੱਲੋਂ ਇਹ ਸਮਾਗਮ ਹੁੰਦਾ ਹੈ। ਦੇਸ਼ ਦੇ ਵੱਖੋ ਵੱਖਰੇ ਸ਼ਹਿਰਾਂ 'ਚ ਹਰ ਸਾਲ, ਇਸ ਵਾਰ ਪਟਿਆਲੇ ਸ਼ਹਿਰ 'ਚ ਹੋ ਰਿਹਾ ਹੈ। 23 ਤਰੀਕ ਕੱਲ ਤੋਂ ਦੁਪਹਿਰ ਤੋਂ ਇਹ ਸਮਾਗਮ ਪ੍ਰਾਰੰਭ ਹੋਣਗੇ। ਪਰਸੋਂ ਸਵੇਰੇ ਅੰਮ੍ਰਿਤ ਵੇਲੇ ਤੋਂ ਰਾਤ ਦੇ 11 ਵਜੇ ਤੱਕ 24 ਤਰੀਕ ਨੂੰ ਸਮਾਗਮ ਸਜਣਗੇ। 25 ਤਰੀਕ ਨੂੰ ਸਵੇਰੇ ਨਗਰ ਕੀਰਤਨ ਹੋਣਗੇ। ਆਪ ਜੀ ਨੇ ਇਹਨਾਂ ਸਮਾਗਮਾਂ 'ਚ ਹਾਜ਼ਰੀਆਂ ਭਰ ਕੇ ਗੁਰੂ ਦਾ ਸਰਵਣ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ।
ਵਾਹਿਗੁਰੂ 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 ਹੇ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ ਹੇ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ ਹੇ ਗੋਬਿੰਦ ਹੈ ਗੁਣ ਨਿਧਾਨ ਜਾਂ ਕੀ ਸਦਾ ਬਬੇਕ ਹੇ ਅਪਰੰਪਰ ਹਰ ਹਰੇ ਹੈ ਪੀਓ ਅਣਹਾਰੇ ਹੇ ਸੰਤ ਕੈ ਸਦਾ ਸੰਗ ਨਿਧਾਰਾ ਆਧਾਰ ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀਜੈ ਨਾਮ ਦਾਨ ਰਾਖੋ ਹੀ ਐ ਪਰੋਏ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤੇ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਵਾਹਿਗੁਰੂ ਦੰਡੋਤ ਬੰਦਨ ਅਨੇਕ ਬਾਰ ਸਰਬ ਕਲਾ ਸਮਰਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਨਾਨਕ ਦੇ ਕਰ ਹੱਥ ਨਾਨਕ ਦੇ ਕਰ ਹੱਥ ਦੇ ਕਰ ਹੱਥ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਅਵਗਣ ਹਮਾਰੇ